6 महीने दिल्ली ਦੀਆਂ ਗੁਰੂਆਂ ਤੇ ਮੁਕੰਮਲ ਕਰ ਚੁੱਕਾ ਹੈ। ਹੁਣ ਇੱਕ ਨਵੀਂ ਸਮੱਸਿਆ ਜਾਂ ਨਵੀਂ ਚੁਣੌਤੀ ਜਿਹੜੀ ਸਰਕਾਰ ਵੱਲੋਂ ਕਿਹਾ ਜਾ ਰਿਹਾ ਹੈ ਕਿ ਕੋਰੋਨਾ ਮਹਾਮਾਰੀ ਦੇ ਮੱਦੇਨਜ਼ਰ ਕਿਸਾਨਾਂ ਨੂੰ ਆਪਣੇ ਘਰੋਂ ਘਰੀ ਚਲੇ ਜਾਣਾ ਚਾਹੀਦਾ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਤੁਸੀਂ ਸਾਡੀਆਂ ਗੱਲਾਂ ਕਿਉਂ ਨਹੀਂ ਮੰਨਦੇ, ਸਾਨੂੰ ਬਦਨਾਮ ਕਰਨ ਦੇ ਲਈ ਇੱਕ ਨਵਾਂ ਰਾਹ ਅਖਤਿਆਰ ਕੀਤਾ ਜਾ ਰਿਹਾ ਹੈ। ਕੋਰੋਨਾ ਮਹਾਮਾਰੀ ਦਿਨੇਰ ਜੀ ਦਿੱਲੀ ਦੇ ਬਾਰਡਰ ਤੇ ਬੈਠੇ ਹੋ, ਜੂਝ ਰਹੇ ਹੋ, ਕਿਵੇਂ ਦੇਖਦੇ ਹੋ ਮੌਜੂਦਾ ਪ੍ਰਸਥਿਤੀਆਂ ਨੂੰ? ਸਰਕਾਰ ਨੇ ਪਹਿਲਾਂ ਵੀ ਸਾਨੂੰ ਬਦਨਾਮ ਕਰਨ ਦੀਆਂ ਬਹੁਤ ਕੋਸ਼ਿਸ਼ਾਂ ਕੀਤੀਆਂ ਹੈ ਤੇ ਹੁਣ ਵੀ ਸਰਕਾਰ ਉਸੇ ਰਾਹ ਤੁਰੀ ਹੋਈ ਹੈ। ਸਾਡੀਆਂ ਜਥੇਬੰਦੀਆਂ ਦਾ ਜਿਹੜਾ ਇਹ ਸੰਕਲਪ ਆ, ਜਿਹੜੇ ਵੱਖ-ਵੱਖ ਝੰਡਿਆਂ ਦਾ ਗੁਲਦਸਤਾ ਤਾਂ ਰੇਲਵੇ ਲਾਈਨਾਂ ਦੇ ਥੱਲੇ ਜਿਹੇ ਖੰਭੇ ਗੱਡੇ ਹੁੰਦੇ ਆ ਨਾ ਬਣੇ ਹੋਏ, ਜਿਹੜੇ ਆ ਪ੍ਰਦੀਲਾਂ ਚੱਲਦੀਆਂ ਦਿੱਲੀ ਮੈਟਰੋ ਦੇ ਥੱਲੇ ਜਿਹੜੇ ਖੰਭੇ ਬਣੇ, ਉਹੋ ਜਿਹਾ ਏਕਾ ਬਣਿਆ ਹੋਇਆ 475 ਝੰਡਿਆਂ ਦਾ। ਧਨੇਰ ਜੀ, ਕਿਸਾਨ ਅੰਦੋਲਨ ਨੇ ਹੁਣ ਬਰਨਾਲੇ ਵਾਲਿਆਂ ਨੂੰ ਮੈਟਰੋ ਦੇ ਖੰਭਿਆਂ ਦੀਆਂ ਉਦਾਹਰਨਾਂ ਦੇਣੀਆਂ ਸਿਖਾਤੀਆਂ। ਕਿਸਾਨ ਅੰਦੋਲਨ ਨੇ ਬਰਨਾਲੇ ਤੋਂ ਸ਼ੁਰੂ ਹੋ ਕੇ ਜੀ ਬਰਨਾਲੇ ਤੋਂ ਸ਼ੁਰੂ ਹੋ ਕੇ ਬਰਨਾਲਾ ਜੇਲ੍ਹ ਮੂਹਰਿਓਂ ਵੱਖ-ਵੱਖ ਝੰਡਿਆਂ ਦਾ ਜਿਹੜਾ ਗੁਲਦਸਤਾ ਸੀ, ਅੱਜ ਉਹ ਮੈਟਰੋ ਦੇ ਥੱਲੇ ਜਿਹੜੇ ਬਣੇ ਹੋਏ ਥੰਮਲੇ ਉਹੋ ਜਿਹਾ ਬਣਿਆ ਹੋਇਆ ਏਕਾ ਸਾਡਾ। ਕਾਲੇ 3 ਕਾਨੂੰਨਾਂ ਨੂੰ ਵਾਪਸ ਕਰਾਏ ਤੋਂ ਬਿਨਾਂ, MSP ਲਈ ਤੋਂ MSP ਦੀ ਗਰੰਟੀ ਤੋਂ ਬਿਨਾਂ, ਜਾਂ ਜਿਹੜਾ ਪਰਾਲੀ ਵਾਲਾ ਕਾਨੂੰਨ ਹੈ ਜਾਂ ਬਿਜਲੀ ਬਿੱਲ 2020 ਹੈ ਉਹ ਤੋਂ ਬਿਨਾਂ ਵਾਪਸ ਕਰਾਏ ਬਿਨਾਂ 1 ਇੰਚ ਵੀ ਇਹ ਜਿਹੜੀ ਮਤਲਬ ਇੱਥੇ ਬੈਂਕੀ ਲੌਬੀ ਹੈ ਜਾਂ ਜਿਹੜੀ ਆ ਜਾ ਰਹੀ ਹੈ ਬੁੱਢਿਆਂ ਦੀ ਅਗਵਾਈ ਦੇ ਵਿੱਚ, ਇਹ ਜਿੱਤ ਕੇ ਜੰਗ ਵਾਪਸ ਮੁੜੂ। ਸਰਕਾਰ ਜੋ ਮਰਜ਼ੀ ਕਰੀ ਜਾਵੇ। ਉਹ ਕਹਿੰਦੇ ਕਿ 6.5 ਮਹੀਨੇ ਮੋਦੀ ਸਰਕਾਰ ਦੇ 7 ਸਾਲ, ਪ੍ਰਧਾਨ ਮੰਤਰੀ ਨੇ ਕਿਹਾ ਸੀ ਇੱਕ ਕਾਲ ਦੀ ਦੂਰੀ ਤੇ ਬੈਠੇ ਆ, ਕਹਿੰਦੇ ਕੋਈ ਕਾਲ ਨਹੀਂ ਆਈ। ਆਖਰ ਅਸੀਂ ਇੱਕ ਪੱਤਰ ਵੀ ਲਿਖਿਆ, ਪਰ ਉਹਨਾਂ ਦਾ ਕਹਿਣਾ ਕਿ ਤਿੰਨੇ ਖੇਤੀ ਕਾਨੂੰਨ ਰੱਦ ਹੋਏ ਤੋਂ ਬਗੈਰ ਅਸੀਂ ਵਾਪਸ ਨਹੀਂ ਮੁੜਾਂਗੇ, ਚਾਹੇ ਕਰੋਨਾ ਦੀ ਗੱਲ ਹੈ ਚਾਹੇ ਦੂਜੇ ਮੁੱਦੇ ਹੈ। ਕੇਂਦਰ ਅਤੇ ਕਿਸਾਨਾਂ ਦੇ ਵਿਚਾਲੇ 11 ਮੀਟਿੰਗਾਂ ਪਹਿਲਾਂ ਹੋਈਆਂ। 11 ਮੀਟਿੰਗਾਂ ਦੇ ਵਿੱਚ ਕਿਸਾਨਾਂ ਵੱਲੋਂ ਵੀ ਜੋ ਉਹਨਾਂ ਦੇ ਸ਼ੱਕ ਸੀ ਜਾਂ ਡਾਊਟ ਸੀ ਉਹ ਸਾਰੇ ਕਲੀਅਰ ਰੱਖੇ ਗਏ, ਔਰ ਸਰਕਾਰ ਵੱਲੋਂ ਵੀ ਇਹ ਕਿਹਾ ਗਿਆ ਕਿ ਅਸੀਂ ਜਿਹੜੇ ਤੁਹਾਡੇ ਕੋਈ ਸ਼ੰਕੇ ਨੇ ਜਾਂ ਤੁਹਾਡੀਆਂ ਜਿਹੜੀਆਂ ਕੋਈ ਡਰ ਨੇ ਉਹ ਅਸੀਂ ਸਾਰੇ ਦੂਰ ਕਰਨ ਨੂੰ ਤਿਆਰ ਹਾਂ। ਲੇਕਿਨ ਉਸ ਤੋਂ ਬਾਅਦ ਮੀਟਿੰਗ ਟੁੱਟ ਗਈ। 11 ਮੀਟਿੰਗਾਂ ਤੋਂ ਬਾਅਦ ਕੋਈ ਮੀਟਿੰਗ ਨਹੀਂ ਹੋ ਸਕੀ, ਡੈਡਲੌਕ ਬਣਿਆ। ਮੈਂ ਵੀ ਸਮਝਦਾ ਕਿ ਇਹ ਦੇਰੀ ਨਹੀਂ ਹੋਣੀ ਚਾਹੀਦੀ ਸੀ, ਤੋਂ ਦੇਰੀ ਹੋ ਗਈ ਹੈ। ਮਸਲੇ ਦਾ ਹੱਲ ਕੀਤਾ ਜਾਵੇ। ਇੱਕ ਹਸਾਰੂ ਅਪਰੋਚ ਲੱਗਦਾ ਹੈ ਪੰਜਾਬ ਦੇ ਭਾਜਪਾ ਆਗੂਆਂ ਨੇ ਅਪਣਾਈ ਹੈ, ਪਰ ਲੱਗਦਾ ਹੈ ਜੇ ਥੋੜਾ ਜਿਹਾ ਹੋਰ ਇੱਕ ਕਦਮ ਅੱਗੇ ਜਾ ਕੇ ਪੰਜਾਬ ਦੇ ਭਾਜਪਾ ਆਗੂ ਕਹਿਣ ਕਿ ਨਹੀਂ ਮਸਲੇ ਦਾ ਹੱਲ ਨਿਕਲਣਾ ਚਾਹੀਦਾ, ਕਿਸਾਨਾਂ ਦੀ ਸਹਿਮਤੀ ਦੇ ਨਾਲ ਇੱਕ ਬਹੁਤ ਅਹਿਮ ਭੂਮਿਕਾ ਨਿਭਾ ਸਕਦੀ ਹੈ ਪੰਜਾਬ ਦੀ ਇਕਾਈ। ਤੁਹਾਡੀ ਸਾਹਿਬ ਲੱਗਦੀ ਹੈ ਇਹ ਗੱਲ? ਉਹ ਕਹਿੰਦੇ ਅਸੀਂ 1-2 ਦਿਨਾਂ ਦੇ ਵਿੱਚ ਹੀ ਜਿਹੜਾ ਹੈਗਾ ਕਿਸਾਨ ਭਰਾਵਾਂ ਨੂੰ ਬੁਲਾ ਕੇ ਸਾਰੀ ਗੱਲਬਾਤ ਜਿਹੜੀ ਹੈਗੀ ਨਵੇਂ ਸਿਰੋਂ ਸ਼ੁਰੂ ਕਰਕੇ ਉਹ ਜਿੱਥੇ ਵੀ ਖੜੀ ਸੀ ਗੱਲ ਅੱਗੇ ਤੋਰ ਕੇ ਅਸੀਂ ਇਹਨੂੰ ਦੂਰ ਕਰਨਾ ਚਾਹੁੰਦੇ ਹਾਂ। ਔਰ ਮੈਂ ਕਿਸਾਨ ਭਰਾਵਾਂ ਨੂੰ ਬੇਨਤੀ ਕਰੂੰਗਾ ਕਿ ਜਿੱਥੇ ਕੇਂਦਰ ਆਪਦੇ 1-2 ਕਦਮ ਅੱਗੇ ਵਧਾਉਂਦਾ ਹੈ ਤੇ ਸਾਨੂੰ ਵੀ ਅੱਗੇ ਤੋਂ 1-2 ਕਦਮ ਵਧਾ ਕੇ ਇਸ ਮਸਲੇ ਨੂੰ ਹੱਲ ਕਰਵਾ ਲੈਣਾ ਚਾਹੀਦਾ। ਨਜ਼ਰੀਏ ਦੀ ਟੀਮ ਜਗਤਾਰ ਸਿੰਘ ਸਿੱਧੂ ਵੱਲੋਂ ਦਰਸ਼ਕਾਂ ਦਾ ਸਵਾਗਤ। ਕਿਸਾਨ ਅੰਦੋਲਨ ਦੇਸ਼ ਦੀ ਰਾਜਧਾਨੀ ਦਿੱਲੀ ਦੀਆਂ ਗੁਰੂਆਂ ਤੇ ਆਪਣੇ 6 ਮਹੀਨੇ ਮੁਕੰਮਲ ਕਰਨ ਲੱਗਿਆ। 26 ਮਈ ਨੂੰ ਕਿਸਾਨਾਂ ਵੱਲੋਂ ਕਾਲੇ ਦਿਵਸ ਮਨਾਉਣ ਦਾ ਸੱਦਾ ਦਿੱਤਾ ਗਿਆ, ਜਿਸ ਨੂੰ ਕੌਮੀ ਪੱਧਰ ਤੇ ਮਿਲ ਰਿਹਾ ਪਰਮਾ ਹੰਗਾਰਾ। ਇਸ ਦੌਰਾਨ ਕਿਸਾਨ ਅੰਦੋਲਨ ਸਰਕਾਰ ਨਾਲ ਗੱਲਬਾਤ ਕਈ ਤਰ੍ਹਾਂ ਚੜਾਵਾਂ ਦੇ ਪੜਾਅ ਦੇ ਦੌਰ ਦੇ ਵਿੱਚ ਵੀ ਗੁਜ਼ਰਿਆ ਹੈ। ਹੁਣ ਜਿਹੜਾ ਇੱਕ ਨਵਾਂ ਟਕਰਾਅ ਦਾ ਦੌਰ ਸ਼ੁਰੂ ਹੋਇਆ ਹੈ ਉਹ ਹੈ ਕੋਰੋਨਾ ਮਹਾਮਾਰੀ ਦੇ ਮੱਦੇਨਜ਼ਰ। ਸਰਕਾਰ ਦਾ ਕਹਿਣਾ ਹੈ ਕਿਸਾਨਾਂ ਨੂੰ ਘਰੋਂ ਘਰ ਚਲਾ ਜਾਣਾ ਚਾਹੀਦਾ ਹੈ, ਕਿਉਂਕਿ ਕਿਸਾਨ ਅੰਦੋਲਨ ਕਰਕੇ ਕੋਰੋਨਾ ਮਹਾਮਾਰੀ ਜਿਹੜੀ ਫੈਲਣ ਦਾ ਖਦਸ਼ਾ ਵੱਧ ਰਿਹਾ। ਦੂਜੇ ਪਾਸੇ ਕਿਸਾਨਾਂ ਦਾ ਦਾਅਵਾ ਹੈ ਕਿ ਪਿਛਲੇ 1 ਸਾਲ ਦੇ ਦੌਰਾਨ ਸਰਕਾਰਾਂ ਨੇ ਜਿਹੜਾ ਹੈਗਾ ਕੋਰੋਨਾ ਨੂੰ ਰੋਕਣ ਦੇ ਲਈ ਕੀ ਪ੍ਰਬੰਧ ਕੀਤੇ, ਤੇ ਹੁਣ ਇਸ ਵੱਧ ਇੰਤਜ਼ਾਮੀ ਦੇ ਲਈ ਇਹ ਭਾਂਡਾ ਕਿਸਾਨਾਂ ਦੇ ਸਿਰ ਨਾ ਭੰਨਿਆ ਜਾਵੇ। ਇਸ ਅੰਦੋਲਨ ਨਾਲ ਜੁੜੇ ਹੋਰ ਬਹੁਤ ਸਾਰੇ ਮੁੱਦੇ ਨੇ। ਮਿਸਾਲ ਵਜੋਂ ਕਿਸਾਨਾਂ ਨੇ ਪ੍ਰਧਾਨ ਮੰਤਰੀ ਨੂੰ ਮੁੜ ਪੱਤਰ ਲਿਖਿਆ ਕਿ ਗੱਲਬਾਤ ਕੀਤੀ ਜਾਵੇ, ਕਿ ਇਹ ਗੱਲਬਾਤ ਦੀ ਕੋਈ ਸਾਰਥਕਤਾ ਹੋਵੇਗੀ। ਇਹਨਾਂ ਸਾਰੇ ਮੁੱਦਿਆਂ ਤੇ ਮੇਰੇ ਨਾਲ ਪੈਨਲ ਸਾਡੇ ਜਿਹੜੇ ਕਦਾਵਰ ਮਹਿਮਾਨ ਇਸ ਵੇਲੇ ਜੁੜੇ ਹੋਏ ਆ। ਭਾਰਤੀ ਜਨਤਾ ਪਾਰਟੀ ਦੇ ਬੁਲਾਰੇ ਨੇ ਸਰਦਿਆਲ ਸਿੰਘ ਸੋਢੀ, ਪਹਿਲੀ ਵਾਰੀ ਪੈਨਲ ਤੇ ਚੈਨਲ ਤੇ ਮੇਰੇ ਨਾਲ ਆਏ ਜੀ। ਸੋਢੀ ਸਾਹਿਬ ਵੈਲਕਮ ਜੀ ਆਇਆਂ ਨੂੰ। ਸਤਿ ਸ਼੍ਰੀ ਅਕਾਲ। ਮਿਹਰਬਾਨੀ।
ਸਾਡੇ ਨਾਲ ਦੂਜੇ ਮਹਿਮਾਨ ਆਮ ਆਦਮੀ ਪਾਰਟੀ ਦੇ ਬੁਲਾਰੇ ਨੇ ਜਗਤਾਰ ਸਿੰਘ ਸੰਘੇੜਾ ਜੀ, ਉਹਨਾਂ ਦਾ ਵੀ ਸਵਾਗਤ ਹੈ। ਸਾਡੇ ਨਾਲ ਤੀਜੇ ਮਹਿਮਾਨ ਕਿਸਾਨ ਨੇਤਾ ਮਨਜੀਤ ਸਿੰਘ ਧਨੇਰ ਦਿੱਲੀ ਦੇ ਟਿਕਰੀ ਬਾਰਡਰ ਤੋਂ ਸਾਡੇ ਨਾਲ ਜੁੜੇ ਹੈ। ਕਿਸਾਨ ਆਗੂ ਨੂੰ ਵੀ ਅਸੀਂ ਜੀ ਆਖਦੇ ਹਾਂ। ਤਿੰਨਾਂ ਮਹਿਮਾਨਾਂ ਦਾ ਧੰਨਵਾਦ ਜਿਹੜੇ ਮੇਰੀ ਬੇਨਤੀ ਪ੍ਰਵਾਨ ਕਰਕੇ ਆਏ। ਧਨੇਰ ਜੀ, ਪਹਿਲਾ ਸਵਾਲ ਮੈਂ ਤੁਹਾਡੇ ਤੋਂ ਲੈਣ ਲੱਗਿਆ। ਜਿੱਦਾਂ ਮੈਂ ਕਿਹਾ ਕਿ ਕਿਸਾਨ ਅੰਦੋਲਨ 6 ਮਹੀਨੇ ਦਿੱਲੀ ਦੀਆਂ ਗੁਰੂਆਂ ਤੇ ਮੁਕੰਮਲ ਕਰ ਚੁੱਕਾ ਹੈ। ਹੁਣ ਇੱਕ ਨਵੀਂ ਸਮੱਸਿਆ ਜਾਂ ਨਵੀਂ ਚੁਣੌਤੀ ਜਿਹੜੀ ਸਰਕਾਰ ਵੱਲੋਂ ਕਿਹਾ ਜਾ ਰਿਹਾ ਹੈ ਕਿ ਕਰੋਨਾ ਮਹਾਮਾਰੀ ਦੇ ਮੱਦੇਨਜ਼ਰ ਕਿਸਾਨਾਂ ਨੂੰ ਆਪਣੇ ਘਰੋਂ ਘਰੀ ਚਲੇ ਜਾਣਾ ਚਾਹੀਦਾ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਤੁਸੀਂ ਸਾਡੀਆਂ ਗੱਲਾਂ ਕਿਉਂ ਨਹੀਂ ਮੰਨਦੇ, ਸਾਨੂੰ ਬਦਨਾਮ ਕਰਨ ਦੇ ਲਈ ਇੱਕ ਨਵਾਂ ਰਾਹ ਅਖਤਿਆਰ ਕੀਤਾ ਜਾ ਰਿਹਾ ਹੈ, ਕਰੋਨਾ ਮਹਾਮਾਰੀ। ਧਨੇਰ ਜੀ, ਦਿੱਲੀ ਦੇ ਬਾਰਡਰ ਤੇ ਬੈਠੇ ਹੋ, ਜੂਝ ਰਹੇ ਹੋ, ਕਿਵੇਂ ਦੇਖਦੇ ਹੋ ਮੌਜੂਦਾ ਪ੍ਰਸਥਿਤੀਆਂ ਨੂੰ? ਜਗਤਾਰ ਜੀ, ਸਰਕਾਰ ਨੇ ਪਹਿਲਾਂ ਵੀ ਸਾਨੂੰ ਬਦਨਾਮ ਕਰਨ ਦੀਆਂ ਬਹੁਤ ਕੋਸ਼ਿਸ਼ਾਂ ਕੀਤੀਆਂ ਤੇ ਹੁਣ ਵੀ ਸਰਕਾਰ ਇਸੇ ਰਾਹ ਤੁਰੀ ਹੋਈ ਹੈ। ਪਰਖ ਦੀ ਘੜੀ ਤੇ ਸਾਡੀਆਂ ਜਥੇਬੰਦੀਆਂ ਦਾ ਜਿਹੜਾ ਇਹ ਸੰਕਲਪ ਆ, ਜਿਹੜੇ ਵੱਖ-ਵੱਖ ਝੰਡਿਆਂ ਦਾ ਗੁਲਦਸਤਾ, ਤਾਂ ਰੇਲਵੇ ਲਾਈਨਾਂ ਦੇ ਥੱਲੇ ਜਿਹੇ ਖੰਭੇ ਗੱਡੇ ਹੁੰਦੇ ਆ ਨਾ ਬਣੇ ਹੋਏ, ਜਿਹੜੇ ਆ ਪਰਦੀ ਰੇਲਾਂ ਚੱਲਦੀਆਂ ਦਿੱਲੀ ਮੈਟਰੋ ਦੇ ਥੱਲੇ ਜਿਹੜੇ ਖੰਭੇ ਬਣੇ, ਉਹੋ ਜਿਹਾ ਏਕਾ ਬਣਿਆ ਹੋਇਆ 475 ਝੰਡਿਆਂ ਦਾ। ਉਹਨੂੰ ਇਹ ਤੋੜ ਨਹੀਂ ਸਕਦੇ, ਉਹਨੂੰ ਇਹ ਤੋੜ ਨਹੀਂ ਸਕਦੇ। ਇਹ ਜਿਹਾ ਕੋਈ ਧਨੇਰ ਜੀ, ਕਿਸਾਨ ਅੰਦੋਲਨ ਨੇ ਹੁਣ ਬਰਨਾਲੇ ਵਾਲਿਆਂ ਨੂੰ ਮੈਟਰੋ ਦੇ ਖੰਭਿਆਂ ਦੀਆਂ ਉਦਾਹਰਨਾਂ ਦੇਣੀਆਂ ਸਿਖਾਤੀਆਂ ਕਿਸਾਨ ਅੰਦੋਲਨ ਨੇ। ਹਾਂਜੀ। ਬਰਨਾਲੇ ਤੋਂ ਸ਼ੁਰੂ ਹੋ ਕੇ ਜੀ ਬਰਨਾਲੇ ਤੋਂ ਸ਼ੁਰੂ ਹੋ ਕੇ ਬਰਨਾਲਾ ਜੇਲ੍ਹ ਮੂਹਰਿਓਂ ਵੱਖ-ਵੱਖ ਝੰਡਿਆਂ ਦਾ ਜਿਹੜਾ ਗੁਲਦਸਤਾ ਸੀ, ਅੱਜ ਉਹ ਮੈਟਰੋ ਦੇ ਥੱਲੇ ਜਿਹੜੇ ਬਣੇ ਹੋਏ ਥੰਮਲੇ ਉਹੋ ਜਿਹਾ ਬਣਿਆ ਹੋਇਆ ਏਕਾ ਸਾਡਾ। ਅੰਦਰੂਨੀ ਮਤਭੇਦ 100 ਕਿਸਮ ਦੇ ਹੁੰਦੇ ਆ, ਪਰ ਕਾਲੇ 3 ਕਾਨੂੰਨਾਂ ਨੂੰ ਵਾਪਸ ਕਰਾਏ ਤੋਂ ਬਿਨਾਂ, MSP ਲਈ ਤੋਂ MSP ਗਰੰਟੀ ਤੋਂ ਬਿਨਾਂ, ਜਾਂ ਜਿਹੜਾ ਪਰਾਲੀ ਵਾਲਾ ਕਾਨੂੰਨ ਹੈ ਜਾਂ ਬਿਜਲੀ ਬਿੱਲ 2020 ਹੈ ਉਹ ਤੋਂ ਬਿਨਾਂ ਵਾਪਸ ਕਰਾਏ ਬਿਨਾਂ 1 ਇੰਚ ਵੀ ਇਹ ਜਿਹੜੀ ਮਤਲਬ ਇੱਥੇ ਬੈਠੀ ਲੌਬੀ ਹੈ ਜਾਂ ਜਿਹੜੀ ਆ ਜਾ ਰਹੀ ਹੈ ਬੁੱਢਿਆਂ ਦੀ ਅਗਵਾਈ ਦੇ ਵਿੱਚ, ਇਹ ਜਿੱਤ ਕੇ ਜੰਗ ਵਾਪਸ ਮੁੜੂ। ਸਰਕਾਰ ਜੋ ਮਰਜ਼ੀ ਕਰੀ ਜਾਵੇ, ਇਹਨੂੰ ਦੇਖ ਲੈਣਾ ਚਾਹੀਦਾ। ਮਤਲਬ ਭਾਜਪਾ ਵਾਲਾ ਦੇਖ ਲਿਆ ਸੀ ਪ੍ਰੋਗਰਾਮ ਪਹਿਲਾਂ, ਇਹਨਾਂ ਨੇ 4 ਸੂਬਿਆਂ ਦੇ ਵਿੱਚ ਦੇਖ ਲਿਆ। 56 ਇੰਚ ਦੀ ਛਾਤੀ ਸੀ ਜਿਹੜੀ, ਉਹ 36 ਕਰੀ ਰਹਿ ਗਈ। ਇਦੋਂ ਅੱਗੇ ਅਸੀਂ ਮਤਲਬ 26 ਤਰੀਕ ਨੂੰ ਸਾਨੂੰ 6 ਮਹੀਨੇ ਹੋ ਰਹੇ ਨੇ। ਅਸੀਂ ਬੜੇ ਦੁਖੀ ਹਿਰਦੇ ਨਾਲ ਕਹਿ ਰਹੇ ਹਾਂ, ਇਹ ਪ੍ਰਦੇਸ਼ ਦਾ ਪ੍ਰਧਾਨ ਮੰਤਰੀ ਇਹ ਗੱਲ ਕਹਿ ਰਿਹਾ ਸੀ, ਮੈਂ 1 ਕੌਲ ਦੀ ਦੂਰੀ ਤੇ ਆ। ਅਸੀਂ ਉਹ ਵੀ ਪਰਖ ਲਿਆ, ਅਸੀਂ ਇਹਨੂੰ ਚਿੱਠੀ ਪਾਤੀ 26 ਤਰੀਕ ਤੋਂ ਪਹਿਲਾਂ 6 ਮਹੀਨੇ ਹੋਣ ਤੋਂ। ਉਹ ਮਤਲਬ ਉਹ 1 ਕੌਲ ਸਾਨੂੰ ਤਾਂ ਲੱਭੀ ਨਹੀਂ, ਅਸੀਂ ਉਹ ਵੀ ਪਰਖ ਕੇ ਦੇਖ ਲਈ ਇਹਦੀ। ਉਸ ਤੋਂ ਬਾਅਦ ਅਸੀਂ ਬੜੇ ਹੀ ਮਤਲਬ ਸੋਚ ਸਮਝ ਕੇ ਕਾਲਾ ਦਿਵਸ ਬਣਾਉਣ ਦਾ ਅਸੀਂ ਜਿਹੜਾ 26 ਤਰੀਕ ਨੂੰ ਫੈਸਲਾ ਕੀਤਾ, ਕਿਉਂਕਿ 26 ਤਰੀਕ ਨੂੰ ਸਾਨੂੰ ਦਿੱਲੀ ਆਏ ਨੂੰ ਅਸੀਂ ਪਹਿਲਾਂ ਲੋਕਾਂ ਨੂੰ ਵਿਸ਼ਵਾਸ ਦਿਵਾ ਕੇ ਤੁਰੇ ਵੀ 6 ਮਹੀਨੇ ਦਾ ਰਾਸ਼ਨ ਲੈ ਕੇ ਚੱਲਿਓ ਭਾਈ, 6 ਮਹੀਨੇ ਲੱਗ ਸਕਦੇ ਆ। ਮੋਦੀ ਸਰਕਾਰ ਨੇ ਲਵਾਤੇ ਉਹ, ਤੇ ਕਿਉਂਕਿ ਮੋਦੀ ਸਰਕਾਰ ਦੇ ਮਗਰ ਜਿਹੜੀਆਂ ਪਾਵਰਾਂ ਨੇ, ਮਤਲਬ ਜਿਹੜਾ WTO ਦੀਆਂ ਨੀਤੀਆਂ ਨੇ, ਸਾਮਰਾਜ ਆ ਜਿਹੜਾ ਸਾਮਰਾਜ ਦੀਆਂ ਨੀਤੀਆਂ ਲੁੱਟਣ ਵਾਲੀਆਂ, ਉਹ ਇਹਦੇ ਮਗਰ ਖੜੀਆਂ ਨੇ ਜਿਹੜੀਆਂ, ਉਹ ਸਾਡੇ ਇਸ ਮੈਟਰੋ ਦੇ ਜਿਹੜੇ ਖੰਭੇ ਬਣਾ ਕੇ ਅਸੀਂ ਬੈਠੇ ਆ ਉਹਨਾਂ ਨਾਲ ਜੋਰ ਜਮਾਈ ਦੀ ਵਿੱਚ ਲੱਗਿਆ ਹੋਇਆ। ਇਸ ਕਰਕੇ ਅਸੀਂ 26 ਤਰੀਕ ਨੂੰ 6 ਮਹੀਨਿਆਂ ਤੇ ਕਾਲਾ ਦਿਵਸ ਮਨਾਉਣ ਦਾ ਸੱਦਾ ਦਿੱਤਾ ਲੋਕਾਂ ਨੂੰ। ਅਸੀਂ ਭਾਰਤ 'ਚ ਦਿੱਤਾ ਸੀ, ਪਰ ਮੈਨੂੰ ਲੱਗਦਾ ਦੁਨੀਆ 'ਚ ਲਾਗੂ ਹੋ ਗਿਆ। 26 ਤਰੀਕ ਨੂੰ ਹਰੇਕ ਜਿਹੜਾ ਵਾਹਨ ਆ ਉਹ ਤੇ ਕਾਲਾ ਝੰਡਾ ਲਾਵਾਂਗੇ। ਹਰੇਕ ਜਿਹੜਾ ਦੂਜਾ ਹੈਗਾ ਆਪਣਾ ਘਰ ਹੈ, ਲੋਕਾਂ ਨੂੰ ਸੱਦਾ ਦਿੱਤਾ ਵੀ ਹਰੇਕ ਘਰ ਦੇ ਉੱਪਰ ਕਾਲਾ ਝੰਡਾ ਲਾਉਣਾ, ਕਿਉਂਕਿ ਸਾਡੇ ਦੇਸ਼ ਦਾ ਪ੍ਰਧਾਨ ਮੰਤਰੀ ਦੇਸ਼ ਦੀ ਪ੍ਰਜਾ ਦੀ 6 ਮਹੀਨਿਆਂ ਤੋਂ ਜਿਹੜੀ ਸੜਕਾਂ ਤੇ ਪਈ ਆ ਦਿੱਲੀ ਦੇ ਦਰਾਂ ਤੇ, ਉਹਨਾਂ ਦੀ ਆਵਾਜ਼ ਨਹੀਂ ਸੁਣ ਰਿਹਾ, ਉਹਨਾਂ ਦੀ ਸੱਚ ਦੀ ਗੱਲ ਨਹੀਂ ਸੁਣ ਰਿਹਾ। ਇਸ ਕਰਕੇ ਅਸੀਂ ਰੋਸ ਦਿਵਸ ਮਨਾਉਣਾ। ਦੂਜੇ ਪਾਸੇ ਇਸੇ ਹੀ ਮੋਦੀ ਸਰਕਾਰ ਦੇ ਇਹ 26 ਤਰੀਕ ਨੂੰ 7 ਸਾਲ ਪੂਰੇ ਹੋ ਕੇ ਇਹਨੇ 8ਵੇਂ 'ਚ ਪੈਰ ਧਰਨਾ। ਮੁਕਾਬਲਾ ਚੱਲ ਰਿਹਾ, ਸਾਡੀ ਉਮਰ 6 ਮਹੀਨਿਆਂ ਦੀ, ਉਹਦੀ 7 ਸਾਲ ਦੀ ਹੋ ਗਈ। ਪਰ ਸਾਨੂੰ ਵਿਸ਼ਵਾਸ ਹੈ ਜਦ ਅਸੀਂ 4 ਸੂਬਿਆਂ 'ਚ ਉਹਨੂੰ ਭਜਾ ਸਕਦੇ ਹਾਂ, ਨਾ ਮੰਨੇ ਸਾਨੂੰ ਕਾਹਲੀ ਨਹੀਂ ਹੈ ਕੋਈ। ਪੰਜਾਬ 'ਚ ਹੋਣ ਵਾਲੀਆਂ 6 ਮਹੀਨਿਆਂ ਨੂੰ ਚੋਣਾਂ
ਯੂਪੀ 'ਚ ਆਉਣ ਵਾਲੀਆਂ, ਉੱਤਰਾਖੰਡ 'ਚ ਆਉਣ ਵਾਲੀਆਂ, ਅਸੀਂ ਲਗੋਟੇ ਕਸੇ ਹੋਏ ਨੇ ਤੇ ਹੱਥ ਦਿਖਾਵਾਂਗੇ। ਪੰਜਾਬ ਤਾਂ ਮੈਨੂੰ ਲੱਗਦਾ ਬਹੁਤੀ ਲੋੜ ਨਹੀਂ ਪੈਣੀ। ਆਹ ਨਵੇਂ ਪਖੰਡ ਜੇ ਕਰਨ ਲੱਗਿਆ ਇਹ ਬਾਬਿਆਂ ਬੂਬਿਆਂ ਨੂੰ ਵਰਤਣ ਵਾਲੀਆਂ ਵੋਟਾਂ, ਉਹਦਾ ਵੀ ਇਲਾਜ ਲੱਭ ਲਾਂਗੇ ਆਪਾਂ, ਕੋਈ ਨਹੀਂ, ਕਿਉਂਕਿ ਅਸੀਂ ਸਾਰੇ ਧਰਮਾਂ ਦੇ ਰਲੇ ਹੋਏ ਲੋਕ ਸੰਘਰਸ਼ ਦੇ ਵਿੱਚ। ਮੈਨੂੰ ਲੱਗਦਾ ਵੀ ਇਹਦੇ ਅੱਛੇ ਦਿਨ ਜਿਹੜੇ ਲੋਕਾਂ ਦੇ ਲਿਆਉਣੇ, ਆਪਦੇ ਅੱਛੇ ਦਿਨ ਰੱਖਣੇ ਠੀਕ ਹੈ। ਓਕੇ ਜੀ, ਭਾਜਪਾ ਦੇ ਮਾੜੇ ਦਿਨ ਆ ਰਹੇ ਆ। ਓਕੇ ਤਨੇਰ ਸਾਹਿਬ, ਮੈਂ ਵਾਪਸ ਆਵਾਂਗਾ ਇਸ ਮੁੱਦੇ ਤੇ ਤੁਹਾਡੇ ਵੱਲ। ਸਾਡੇ ਨਾਲ ਭਾਜਪਾ ਦੇ ਬੁਲਾਰੇ ਵੀ ਜੁੜੇ ਹੋਏ ਹੈ। ਸੋਢੀ ਸਾਹਿਬ, ਤੁਸੀਂ ਤਨੇਰ ਸਾਹਿਬ ਦੇ ਕਮੈਂਟ ਸੁਣੇ ਆ। ਉਹ ਕਹਿੰਦੇ ਕਿ 6.5 ਮਹੀਨੇ ਮੋਦੀ ਸਰਕਾਰ ਦੇ 7 ਸਾਲ। ਪ੍ਰਧਾਨ ਮੰਤਰੀ ਨੇ ਕਿਹਾ ਸੀ ਇੱਕ ਕਾਲ ਦੀ ਦੂਰੀ ਤੇ ਬੈਠੇ ਆ, ਕਹਿੰਦੇ ਕੋਈ ਕਾਲ ਨਹੀਂ ਆਈ। ਆਖਰ ਅਸੀਂ ਇੱਕ ਪੱਤਰ ਵੀ ਲਿਖਿਆ, ਪਰ ਉਹਨਾਂ ਦਾ ਕਹਿਣਾ ਕਿ ਤਿੰਨੇ ਖੇਤੀ ਕਾਨੂੰਨ ਰੱਦ ਹੋਏ ਤੋਂ ਬਗੈਰ ਅਸੀਂ ਵਾਪਸ ਨਹੀਂ ਮੁੜਾਂਗੇ। ਚਾਹੇ ਕਰੋਨਾ ਦੀ ਗੱਲ ਹੈ, ਚਾਹੇ ਦੂਜੇ ਮੁੱਦੇ ਹੈ, ਟਕਰਾਵਾਂਗੇ ਭਾਜਪਾ ਦੇ ਨਾਲ। ਜੀ ਸੋਢੀ ਜੀ। ਹਾਂਜੀ, ਮੇਰੀ ਧਨੇਰ ਸਾਹਿਬ ਬੜੇ ਸਤਿਕਾਰਯੋਗ ਨੇ, ਸਾਡੇ ਕਿਸਾਨ ਆਗੂ ਨੇ, ਔਰ ਇਹਦੇ ਵਿੱਚ ਸਾਰੀਆਂ ਜਿਹੜੀ ਕੋਈ ਵੀ ਦੇਸ਼ 'ਚ ਰਹਿਣ ਵਾਲਾ ਵਿਅਕਤੀ ਹੈ, ਕੋਈ ਜਥੇਬੰਦੀ ਹੈ, ਹਰ ਇੱਕ ਨੂੰ ਸੰਘਰਸ਼ ਕਰਨ ਦਾ ਅਧਿਕਾਰ ਹੈ। ਹਰ ਇੱਕ ਨੂੰ ਸੰਘਰਸ਼ ਕਰਨ ਦਾ ਅਧਿਕਾਰ ਮਿਲਿਆ ਤੇ ਕਰ ਵੀ ਰਹੇ ਨੇ। ਮੈਂ ਜਿਹੜੀ ਗੱਲ ਕਰਨੀ ਚਾਹੁੰਦਾ, ਮੈਂ ਇਹ ਗੱਲ ਕਰਨੀ ਚਾਹੁੰਦਾ ਕਿ ਕੇਂਦਰ ਅਤੇ ਕਿਸਾਨਾਂ ਦੇ ਵਿਚਾਲੇ 11 ਮੀਟਿੰਗਾਂ ਪਹਿਲਾਂ ਹੋਈਆਂ। 11 ਮੀਟਿੰਗਾਂ ਦੇ ਵਿੱਚ ਕਿਸਾਨਾਂ ਵੱਲੋਂ ਵੀ ਜੋ ਉਹਨਾਂ ਦੇ ਸ਼ੱਕ ਸੀ ਜਾਂ ਡਾਊਟ ਸੀ ਉਹ ਸਾਰੇ ਕਲੀਅਰ ਰੱਖੇ ਗਏ, ਔਰ ਸਰਕਾਰ ਵੱਲੋਂ ਵੀ ਇਹ ਕਿਹਾ ਗਿਆ ਕਿ ਅਸੀਂ ਜਿਹੜੇ ਤੁਹਾਡੇ ਕੋਈ ਸ਼ੰਕੇ ਨੇ ਜਾਂ ਤੁਹਾਡੀਆਂ ਜਿਹੜੀਆਂ ਕੋਈ ਡਰ ਨੇ ਉਹ ਅਸੀਂ ਸਾਰੇ ਦੂਰ ਕਰਨ ਨੂੰ ਤਿਆਰ ਹਾਂ। ਲੇਕਿਨ ਉਸ ਤੋਂ ਬਾਅਦ ਮੀਟਿੰਗ ਟੁੱਟ ਗਈ। 11 ਮੀਟਿੰਗਾਂ ਤੋਂ ਬਾਅਦ ਕੋਈ ਮੀਟਿੰਗ ਨਹੀਂ ਹੋ ਸਕੀ, ਡੈਡਲੌਕ ਬਣਿਆ। ਮੈਂ ਵੀ ਸਮਝਦਾ ਕਿ ਇਹ ਦੇਰੀ ਨਹੀਂ ਹੋਣੀ ਚਾਹੀਦੀ ਸੀ, ਤੋਂ ਦੇਰੀ ਹੋ ਗਈ ਹੈ। ਲੇਕਿਨ ਹੁਣ ਪੱਤਰ ਲਿਖਿਆ ਗਿਆ ਸਾਡੇ ਕਿਸਾਨ ਜਥੇਬੰਦੀਆਂ ਵੱਲੋਂ, ਉਹਦੇ ਲਈ ਅਸੀਂ ਪੰਜਾਬ ਦੇ ਸਾਡੇ ਪ੍ਰਧਾਨ ਸ਼੍ਰੀ ਅਸ਼ਵਨੀ ਸ਼ਰਮਾ ਜੀ ਨੇ, ਔਰ ਜਿਹੜੀ ਸਾਡੀ ਸਟੇਟ ਬਾਡੀ ਹੈ, ਅਸੀਂ ਸਾਰਿਆਂ ਨੇ ਕੇਂਦਰ ਨੂੰ ਅਪੀਲ ਕੀਤੀ ਹੈ ਕਿ ਜਿਹੜੀ ਕਿਸਾਨ ਭਰਾਵਾਂ ਵੱਲੋਂ ਪੱਤਰ ਲਿਖਿਆ ਗਿਆ ਹੈ ਉਹਦੇ ਤੇ ਵਿਚਾਰ ਕਰਕੇ ਇਹਨੂੰ ਜਲਦੀ ਤੋਂ ਜਲਦੀ ਜਿਹੜਾ ਹੈਗਾ ਕਿਸਾਨ ਵੀਰਾਂ ਨੂੰ ਸੱਦ ਕੇ ਇਸ ਮਸਲੇ ਨੂੰ ਹੱਲ ਕੀਤਾ ਜਾਵੇ। ਔਰ ਮਸਲਾ ਵੀ ਟੇਬਲ ਟਾਕ ਤੇ ਬੈਠ ਕੇ ਹੱਲ ਹੋਣਾ ਹੈ। ਉਹਦੇ ਵਿੱਚੋਂ ਮੈਂ ਸਮਝਦਾ ਕਿ ਜਿਸ ਤਰ੍ਹਾਂ ਦੀ ਪ੍ਰਪੋਜ਼ਲ ਕੇਂਦਰ ਸਰਕਾਰ ਨੇ ਕਿਸਾਨ ਭਰਾਵਾਂ ਮੂਹਰੇ ਰੱਖੀ ਸੀ ਤੇ ਕਿਸਾਨ ਭਰਾਵਾਂ ਵੱਲੋਂ ਵੀ ਆਪਣੀਆਂ ਜਿਹੜੀਆਂ ਉਹਨਾਂ ਦੇ ਜਿਹੜੇ ਸੀਗੇ ਦੱਸ ਦਿੱਤਾ ਗਿਆ ਸੀ ਵੀ ਸਾਡਾ ਵਿਚਾਰ ਹੈ। ਤੇ ਹੁਣ ਮੈਨੂੰ ਉਮੀਦ ਹੈ ਕਿ ਜਦੋਂ ਦੁਬਾਰਾ ਗੱਲਬਾਤ ਸ਼ੁਰੂ ਹੋਣੀ ਹੈ ਤੇ ਉਸ ਗੱਲ ਦੇ ਵਿੱਚ ਕੋਈ ਨਾ ਕੋਈ ਰਸਤਾ ਜ਼ਰੂਰ ਨਿਕਲ ਆਉਣਾ ਹੈ, ਕਿਉਂਕਿ ਟੇਬਲ ਟਾਕ ਤੇ ਬੈਠ ਕੇ ਹੀ ਗੱਲ ਹੋਣੀ ਹੈ। ਅਸੀਂ ਵੀ ਚਾਹੁੰਦੇ ਹਾਂ, ਅਸੀਂ ਵੀ ਸਾਰੇ ਪੰਜਾਬ ਵੱਲੋਂ ਅਪੀਲ ਕੀਤੀ ਹੈ ਕਿ ਇਹਨੂੰ ਮਸਲੇ ਨੂੰ ਜਲਦੀ ਨਿਬੇੜਿਆ ਜਾਵੇ। ਸੋਢੀ ਸਾਹਿਬ ਅਹਿਮ ਤੁਸੀਂ ਕਮੈਂਟਸ ਕਰ ਰਹੇ ਹੋ ਕਿ ਪੰਜਾਬ ਵਾਲਿਆਂ ਨੇ ਅਪੀਲ ਕੀਤੀ ਹੈ ਮਸਲੇ ਦਾ ਹੱਲ ਕੀਤਾ ਜਾਵੇ। ਇੱਕ ਹਸਾਰੂ ਅਪਰੋਚ ਲੱਗਦਾ ਹੈ ਪੰਜਾਬ ਦੇ ਭਾਜਪਾ ਆਗੂਆਂ ਨੇ ਅਪਣਾਈ ਹੈ, ਪਰ ਲੱਗਦਾ ਹੈ ਜੇ ਥੋੜਾ ਜਿਹਾ ਹੋਰ ਇੱਕ ਕਦਮ ਅੱਗੇ ਜਾ ਕੇ ਪੰਜਾਬ ਦੇ ਭਾਜਪਾ ਆਗੂ ਕਹਿਣਗੇ ਨਹੀਂ ਮਸਲੇ ਦਾ ਹੱਲ ਨਿਕਲਣਾ ਚਾਹੀਦਾ ਕਿਸਾਨਾਂ ਦੀ ਸਹਿਮਤੀ ਦੇ ਨਾਲ, ਇੱਕ ਬਹੁਤ ਅਹਿਮ ਭੂਮਿਕਾ ਨਿਭਾ ਸਕਦੀ ਹੈ ਪੰਜਾਬ ਦੀ ਇਕਾਈ। ਸੋਢੀ ਸਾਹਿਬ, ਲੱਗਦੀ ਹੈ ਇਹ ਗੱਲ, ਕਿਉਂਕਿ ਪੰਜਾਬ ਤੋਂ ਸ਼ੁਰੂ ਹੋਇਆ ਅੰਦੋਲਨ। ਜਗਤਾਰ ਜੀ, ਤੁਸੀਂ ਜਦੋਂ ਹੀ ਪਰਸੋਂ ਪੱਤਰ ਲਿਖਿਆ ਗਿਆ ਤੇ ਨਾਲ ਦੀ ਨਾਲ ਸਾਡੇ ਪੰਜਾਬ ਦੇ ਪ੍ਰਧਾਨ ਦੀ ਸਟੇਟਮੈਂਟ ਆਈ ਹੈ, ਔਰ ਅਸੀਂ ਵੀ ਸਟੇਟਮੈਂਟ ਦਿੱਤੀ ਹੈ, ਔਰ ਕੇਂਦਰ ਦੇ ਜਿਹੜੀ ਸਾਡੀ ਲੀਡਰਸ਼ਿਪ ਹੈ ਉਹਨੂੰ ਵੀ ਬੇਨਤੀ ਕਰ ਚੁੱਕੇ ਹਾਂ, ਔਰ ਉਹਨਾਂ ਵੱਲੋਂ ਪੋਜ਼ਿਟਿਵ ਹੰਗਾਰਾ ਆਇਆ ਹੈ। ਉਹ ਕਹਿੰਦੇ ਅਸੀਂ 1-2 ਦਿਨਾਂ ਦੇ ਵਿੱਚ ਹੀ ਜਿਹੜਾ ਹੈਗਾ ਕਿਸਾਨ ਭਰਾਵਾਂ ਨੂੰ ਬੁਲਾ ਕੇ ਸਾਰੀ ਗੱਲਬਾਤ ਜਿਹੜੀ ਹੈਗੀ ਨਵੇਂ ਸਿਰੋਂ ਸ਼ੁਰੂ ਕਰਕੇ ਉਹ ਜਿੱਥੇ ਵੀ ਖੜੀ ਸੀ ਗੱਲ ਅੱਗੇ ਤੋਰ ਕੇ ਅਸੀਂ ਇਹਨੂੰ ਦੂਰ ਕਰਨਾ ਚਾਹੁੰਦੇ ਹਾਂ। ਔਰ ਮੈਂ ਕਿਸਾਨ ਭਰਾਵਾਂ ਨੂੰ ਵੀ ਬੇਨਤੀ ਕਰੂੰਗਾ ਕਿ ਜਿੱਥੇ ਕੇਂਦਰ ਆਪਦੇ 1-2 ਕਦਮ ਅੱਗੇ ਵਧਾਉਂਦਾ ਹੈ ਤੇ ਸਾਨੂੰ ਵੀ ਅੱਗੇ ਤੋਂ 1-2 ਕਦਮ ਵਧਾ ਕੇ ਇਸ ਮਸਲੇ ਨੂੰ ਹੱਲ ਕਰਵਾ ਲੈਣਾ ਚਾਹੀਦਾ। ਜੀ ਜਗਤਾਰ ਸਿੰਘੜਾ ਜੀ, ਜਿਹੜਾ ਕਿਸਾਨ ਅੰਦੋਲਨ ਪੰਜਾਬ ਤੋਂ ਸ਼ੁਰੂ ਹੋਇਆ, ਧਨੇਰ ਜੀ ਦੇ ਕਮੈਂਟਸ ਤੁਸੀਂ ਸੁਣੇ ਆ। 26 ਮਈ ਨੂੰ ਕਾਲਾ ਦਿਵਸ, ਉਹ ਕਹਿੰਦੇ ਕੌਮੀ ਨਹੀਂ ਕੌਮਾਂਤਰੀ ਪੱਧਰ ਤੇ ਕਾਲੇ ਝੰਡੇ ਲਹਿਰਾਉਣਗੇ ਕਿਸਾਨਾਂ ਦੀਆਂ ਗੱਲਾਂ ਨਾ ਮੰਨਣ ਦੇ ਲਈ ਔਰ ਰੋਸ ਪ੍ਰਗਟਾਵੇ ਦੇ ਵਜੋਂ। ਹੁਣ ਪੰਜਾਬ ਦੀ ਭਾਜਪਾ ਆਗੂਆਂ ਦਾ ਕਹਿਣਾ ਹੈ ਕਿ ਅਸੀਂ ਇਸ ਗੱਲ ਦੇ ਹਾਮੀ ਹੈ ਕਿ ਮਸਲੇ ਦਾ ਹੱਲ ਨਿਕਲਣਾ ਚਾਹੀਦਾ ਹੈ। ਤੁਸੀਂ ਵੀ ਕਿਸਾਨੀ ਪਿਛੋਕੜ ਰੱਖਦੇ ਹੋ, ਸਿੰਘੜਾ ਜੀ ਕਿਵੇਂ ਦੇਖਦੇ ਹੋ ਇਸ ਮੁੱਦੇ ਤੇ? ਮੈਂ ਦੋਵੇਂ ਬੁਲਾਰਿਆਂ ਨੂੰ ਪੂਰਾ ਨਹੀਂ ਸੁਣ ਸਕਿਆ ਸਿੱਧੂ ਸਾਹਿਬ, ਪਰ ਫਿਰ ਵੀ ਜਿੰਨਾ ਮੈਂ ਸੁਣਿਆ ਹੈ ਉਹਦੇ ਹਿਸਾਬ ਨਾਲ ਤੇ ਮੈਂ ਆਪਣੇ ਵਿਚਾਰ ਰੱਖ ਦਿੰਦਾ ਹਾਂ ਕਿ ਪਹਿਲੀ ਗੱਲ ਤਾਂ ਜਿਹੜਾ ਜਿਸ ਤਰ੍ਹਾਂ ਜੇ ਸ਼ੁਰੂਆਤ ਵਿੱਚ ਤੁਸੀਂ ਇੰਟਰੋਡਕਸ਼ਨ ਦਿੰਦੇ ਦੱਸਿਆ ਸੀ ਕਿ ਕੋਵਿਡ-19 ਦਾ ਦੌਰ ਹੈ ਤੇ ਦੂਸਰਾ ਸੰਘਰਸ਼ ਚੱਲ ਰਿਹਾ ਹੈ, ਉਹਦੇ ਬਾਰੇ ਮੈਂ ਇੱਕ ਸ਼ੁਰੂਆਤੀ ਤੌਰ ਤੇ ਗੱਲ ਕਹਿਣੀ ਚਾਹੁੰਦਾ ਹਾਂ ਕਿ ਕੋਵਿਡ ਦਾ ਦੌਰ ਜਿਹੜਾ ਆ ਉਹ ਮਾਰਚ ਤੋਂ ਵੀ ਪਹਿਲਾਂ ਦਾ ਹੀ ਸ਼ੁਰੂ ਹੋ ਗਿਆ ਸੀਗਾ 2020 ਦੇ ਵਿੱਚ, ਪਰ ਮਾਰਚ 24 ਨੂੰ ਮੇਰੇ ਖਿਆਲ 23 ਨੂੰ ਜਾਂ 24 ਨੂੰ ਲਾਕਡਾਊਨ ਲੱਗ ਗਿਆ ਸੀਗਾ ਤੇ ਉਸ ਕੋਵਿਡ ਦੀ ਐਮਰਜੈਂਸੀ ਦਾ ਨਜਾਇਜ਼ ਫਾਇਦਾ ਉਠਾਉਂਦੇ ਹੋਏ ਭਾਰਤੀ ਜਨਤਾ ਪਾਰਟੀ ਦੀ ਕੇਂਦਰੀ ਸਰਕਾਰ ਨੇ 5 ਜੂਨ 2020 ਨੂੰ
ਕਿਸਾਨਾਂ ਤੇ ਕਿਸਾਨੀ ਤੇ ਪੰਜਾਬ ਤੇ ਸਾਰੇ ਇੰਡੀਆ ਦੇ ਕਿਸਾਨ ਤੇ ਹੱਲਾ ਬੋਲਿਆ ਸੀਗਾ, ਜਿਹਦੇ ਨਾਲ 3 ਕਾਲੇ ਕਾਨੂੰਨ ਜਾਰੀ ਕਰਕੇ ਇੰਡੀਆ ਭਰ ਦੀ ਸਾਰੀ ਪਾਪੂਲੇਸ਼ਨ 85% 90% ਪਾਪੂਲੇਸ਼ਨ ਰਾਦਰ ਇਹਦੇ ਤੋਂ ਵੀ ਜ਼ਿਆਦਾ ਨੇ ਇਹਨਾਂ ਕਾਲੇ ਕਾਨੂੰਨਾਂ ਨਾਲ ਪ੍ਰਭਾਵਿਤ ਹੋਣਾ ਆ। ਪਰ ਇਹ ਕਿਸਾਨਾਂ ਨੂੰ ਕਿਸਾਨ ਵਧਾਈ ਦੇ ਪਾਤਰ ਨੇ, ਇਹਨਾਂ ਨੇ ਝੰਡਾ ਚੱਕਿਆ ਸਭ ਤੋਂ ਮੋਹਰੇ ਹੋ ਕੇ ਇਹਨਾਂ ਕਾਲੇ ਕਾਨੂੰਨਾਂ ਦੇ ਵਿਰੁੱਧ। ਪਰ ਮੈਂ ਇਹ ਗੱਲ ਕਹਿਣੀ ਚਾਹੁੰਦਾ, ਸੰਘਰਸ਼ ਤਾਂ ਪਹਿਲਾਂ ਹੀ ਸ਼ੁਰੂ ਹੋ ਗਿਆ ਸੀਗਾ। ਈਵਨ ਜਦੋਂ ਐਕਟ ਰਾਜ ਸਭਾ 'ਚ ਵੀ ਪੇਸ਼ ਕੀਤਾ ਗਿਆ, ਸ਼ਾਇਦ ਤੁਹਾਨੂੰ ਯਾਦ ਹੋਵੇ, ਸੰਜੇ ਸਿੰਘ ਹੁਣੀ ਆਮ ਆਦਮੀ ਪਾਰਟੀ ਦੇ ਜਿਹੜੇ ਸੀਗੇ MP ਤੇ ਹੋਰ ਸਾਰੇ ਕੁਝ ਹੋਰ ਵਿਰੋਧੀ ਧਿਰਾਂ ਨੇ ਵੀ ਉੱਥੇ ਰੌਲਾ ਰੱਪਾ ਪਾਇਆ। ਈਵਨ ਮਾਈਕ ਤੋੜਨ ਦੇ ਉਹਨਾਂ ਦੇ ਦੋਸ਼ ਲੱਗੇ, ਕੁਝ ਦਿਨਾਂ ਲਈ ਸਸਪੈਂਡ ਵੀ ਕੀਤਾ ਸੀ। ਆਮ ਆਦਮੀ ਪਾਰਟੀ ਵੀ ਕਿਸਾਨ ਭਰਾਵਾਂ ਦੇ ਨਾਲ ਸ਼ੁਰੂ ਤੋਂ ਹੀ ਇਹਨਾਂ ਕਾਲੇ ਕਾਨੂੰਨਾਂ ਦਾ ਵਿਰੋਧ ਕਰਦੀ ਰਹੀ ਹੈ। ਤੇ 25 ਤੇ 26 ਨਵੰਬਰ 2020 ਨੂੰ ਇਹ ਕਿਸਾਨ ਜਿਹੜੇ ਆ, ਇਹਨਾਂ ਦਾ ਜਿਹੜਾ ਕੇਂਦਰ ਸੀ ਸੰਘਰਸ਼ ਦਾ, ਉਹ ਦਿੱਲੀ ਦੀਆਂ ਬਰੂਹਾਂ ਤੇ ਚਲਾ ਗਿਆ, ਦਿੱਲੀ ਦੇ ਬਾਰਡਰਸ ਤੇ ਚਲਾ ਗਿਆ। ਸੋ 26 ਤਰੀਕ ਨੂੰ 25 ਤੇ 26 ਕੱਲ ਤੇ ਪਰਸੋਂ ਇੱਕ ਮਤਲਬ 6 ਮਹੀਨੇ ਦਾ ਸਮਾਂ ਪੂਰਾ ਹੋ ਜਾਣਾ। ਜਿਸ ਤਰ੍ਹਾਂ ਧਨੇਰ ਸਾਹਿਬ ਨੂੰ ਮੈਂ ਇਹ ਕਹਿੰਦੇ ਸੁਣਿਆ ਸੀ ਵੀ 6 ਮਹੀਨੇ ਦਾ ਅਸੀਂ ਰਾਸ਼ਨ ਲੱਗ ਗਿਆ ਸੀ, ਇਹਨਾਂ ਨੇ 6 ਮਹੀਨੇ ਤਾਂ ਕੱਢ ਦਿੱਤੇ ਆ। ਸੋ ਇਹ ਮਤਲਬ ਦੂਸਰਾ ਜਿਹੜਾ ਗੱਲ ਇਹ ਹੈਗੀ ਆ ਕਾਨੂੰਨਾਂ ਦੀ, ਉਹਨਾਂ ਤੇ ਤਾਂ ਬਹੁਤੀ ਬਹਿਸ ਕਰਨ ਦੀ ਲੋੜ ਨਹੀਂ। ਮੈਂ ਹਮੇਸ਼ਾ ਹੀ ਕਹਿੰਦਾ ਹੁੰਦਾ ਵੀ ਇਹਨਾਂ ਦੇ ਵਿੱਚ ਕਾਨੂੰਨਾਂ ਦੇ ਵਿੱਚ 13 ਨੁਕਸ ਨੇ ਟੈਕਨੀਕਲੀ, ਜੋ ਮੈਂ ਐਗਰੀਕਲਚਰ ਮਾਰਕੀਟਿੰਗ ਪੜ੍ਹੀ ਆ ਜਾਂ ਪੜ੍ਹਾਈ ਆ, ਜਾਂ ਐਗਰੀਕਲਚਰ ਇਕਨੋਮਿਕਸ ਜੋ ਮੈਂ ਪੜ੍ਹੀ ਆ ਤੇ ਪੜ੍ਹਾਈ ਹੈ, ਉਹਦੇ ਅਨੁਸਾਰ ਇਹਨਾਂ ਕਾਨੂੰਨਾਂ ਦੇ ਵਿੱਚ ਇੱਕ ਵੀ ਮੱਦ ਕਿਸਾਨਾਂ ਦੇ ਹਿੱਤ ਦੀ ਨਹੀਂ ਹੈ। ਤੇ ਨੁਕਸਾਨ ਵਾਲੀਆਂ 13 ਮੱਦਾਂ ਨੇ, 13 ਨੁਕਸ ਨੇ, ਜਿਹਦੇ ਨਾਲ ਆਮ ਪਬਲਿਕ ਨੂੰ, ਕੋਈ ਆਮ ਪਬਲਿਕ ਲਈ ਨੁਕਸਾਨਦਾਇਕ ਹੈ, ਕੋਈ ਇਕੱਲੇ ਕਿਸਾਨੀ ਲਈ ਨੁਕਸਾਨਦਾਇਕ ਹੈ, ਕੋਈ ਮਜ਼ਦੂਰਾਂ ਲਈ ਨੁਕਸਾਨਦਾਇਕ ਹੈ, ਕਈ ਬਹੁਤੇ ਵਰਗਾਂ ਲਈ ਨੁਕਸਾਨਦਾਇਕ ਹੈ, ਛੋਟੇ ਵਪਾਰੀ, ਵੱਡੇ ਵਪਾਰੀ। ਸੋ ਜਿਹੜੀ ਆ ਮੈਂ ਹੁਣ ਸੁਣ ਰਿਹਾ ਸੀ ਸੋਢੀ ਸਾਹਿਬ ਨੂੰ, ਜਿਹੜਾ ਇਹ ਕਹਿ ਰਿਹਾ ਸੀ ਕੁਛ ਕਿਸਾਨ ਪਿੱਛੇ ਹਟਣ, ਮੈਂ ਇੱਕ ਉਦਾਹਰਨ ਦੇਣੀ ਚਾਹੁੰਦਾ ਆ। ਜਦੋਂ ਇੱਕ ਧਿਰ ਦੂਜੇ ਤੇ ਹਮਲਾਵਰ ਹੋਈ ਹੋਵੇ ਔਰ ਉਹ ਤਾਕਤਵਰ ਹੋਵੇ, ਤੇ ਜਿਹੜੀ ਧਿਰ ਰਿਸੀਵਿੰਗ ਐਂਡ ਤੇ ਉਹ ਪਿੱਛੇ ਹਟੀ ਜਾਵੇ ਤੇ ਪਿੱਛੇ ਕੰਧ ਹੋਵੇ, ਤੇ ਉਹਦੇ ਕੋਲ ਫਿਰ ਹੋਰ ਪਿੱਛੇ ਹਟਣ ਦਾ ਸਕੋਪ ਨਹੀਂ ਹੁੰਦਾ, ਉਹਨੇ ਲੜਨਾ ਹੀ ਲੜਨਾ ਹੁੰਦਾ ਆ। ਇਹਨਾਂ ਨੇ ਕਿਸਾਨੀ ਦੀ ਤੇ ਕਿਸਾਨਾਂ ਦੀ ਇਹ ਹਾਲਤ ਕਰਤੀ ਆ ਭਾਰਤੀ ਜਨਤਾ ਪਾਰਟੀ ਦੀ ਕੇਂਦਰੀ ਸਰਕਾਰ ਨੇ। ਸੋ ਇਸੇ ਕਰਕੇ ਹੀ ਕਿਸਾਨ, ਜਦੋਂ ਸ਼ਾਇਦ ਇਹਨਾਂ ਨੂੰ ਯਾਦ ਹੋਵੇ, ਜਦੋਂ ਦਿੱਲੀ ਪਹੁੰਚ ਗਏ ਸੀਗੇ ਤਾਂ ਕਿਸਾਨਾਂ ਨੇ ਇਹ ਕਿਹਾ ਸੀ ਕਿ ਕਾਨੂੰਨ ਰੱਦ ਕਰਾਉਣ ਤੋਂ ਬਿਨਾਂ ਵਾਪਸ ਨਹੀਂ ਜਾਣਗੇ, ਤੇ ਉਹਨਾਂ ਦੀਆਂ ਜੇ ਵਾਪਸ ਜਾਣਗੀਆਂ ਉਹਨਾਂ ਦੀਆਂ ਲਾਸ਼ਾਂ ਜਾਣਗੀਆਂ, ਔਰ ਬਹੁਤ ਕਿਸਾਨਾਂ ਦੀਆਂ ਡੈਡ ਬੋਡੀਜ਼ ਵਾਪਸ ਆ ਚੁੱਕੀਆਂ ਆ। ਸੋ ਕਿਸਾਨ ਆਗੂਆਂ ਨੇ ਇਹ ਗੱਲ ਕਹੀ ਸੀ, ਮਜਬੂਰੀ ਆ ਕਿਸਾਨਾਂ ਦੀ। ਉਸ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਨੇ ਵੀ ਜਿਹੜੇ ਹੱਥਕੰਡੇ ਵਰਤੇ ਆ ਕਿ ਕਦੇ ਵਿਚੋਲੀਏ ਦਾ ਅੰਦੋਲਨ ਆ, ਕਦੇ ਅੱਤਵਾਦੀ ਆ ਗਏ, ਕਦੇ ਕੁਛ ਫਲॉप ਹੋ ਚੁੱਕੇ ਬੁਰੀ ਤਰ੍ਹਾਂ। ਆਰਗੂਮੈਂਟ ਦੇ ਵਿੱਚ ਵੀ ਕਿਸਾਨਾਂ ਨੇ ਸਾਰਾ, ਇਹਨਾਂ ਨੂੰ ਕੋਈ ਜਵਾਬ ਨਹੀਂ ਆਇਆ, ਇਹਨਾਂ ਦੇ ਮੰਤਰੀਆਂ ਨੂੰ, ਕਹਿੰਦੇ ਸਾਰਾ ਹੀ ਅੰਦਰੋਂ ਚੇਂਜ ਕਰਾ ਲਓ। ਸੋ ਇਸ ਸਾਰੇ ਸਿਨੈਰੀਓ ਦੇ ਵਿੱਚ ਜੇ ਪੰਜਾਬ ਯੂਨਿਟ ਦੀ ਕੋਈ ਸੁਣਦਾ ਹੈ, ਸੋਢੀ ਸਾਹਿਬ, ਵੈਸੇ ਤਾਂ ਤੁਹਾਨੂੰ ਕੋਈ ਨਹੀਂ ਪੁੱਛਦਾ, ਮੈਂ ਗੁੱਸਾ ਨਾ ਕਰਿਓ, ਤੁਹਾਡੇ 2 ਆਗੂ ਪਹਿਲਾਂ ਗਰੇਵਾਲ ਸਾਹਿਬ ਤੇ ਇੱਕ ਆਗੂ ਹੋਰ ਬੋਰਵਲ ਦੇ, ਉਹ ਮੋਹਰੇ ਲੱਗੇ ਸੀ, ਉਹ ਤਾਂ ਹੁਣ ਕਿਤੇ ਸੀਨ ਤੇ ਦਿਸਦੇ ਨਹੀਂ ਹੈ। ਗਰੇਵਾਲ ਸਾਹਿਬ ਅਜੇ ਵੀ ਭੜਕਾਊ ਗੱਲਾਂ ਕਰਦੇ ਰਹਿੰਦੇ ਆ। ਤੁਸੀਂ ਸਿਆਣੀ ਗੱਲ ਕਰਦੇ ਹੋ, ਤੁਸੀਂ ਜੇ ਸਲਾਹ ਦੇਣੀ ਤਾਂ ਇਹ ਦਿਓ ਕਿ ਕਾਨੂੰਨ ਰੱਦ ਕਰ ਦਿਓ, ਗੱਲ ਨਿਬੜ ਜਾਏ। 2 ਸਾਲ ਲਈ ਤਾਂ ਤੁਸੀਂ ਪਹਿਲਾਂ ਸਸਪੈਂਡ ਕਰਨ ਲਈ ਤਿਆਰ ਹੋ, ਹਾਂਜੀ, ਤੇ ਫਿਰ ਸਾਲ ਵੈਸੇ ਲੰਘ ਗਿਆ 26 ਦੇ, ਮਤਲਬ ਉਸ ਮਈ ਨੂੰ 6 ਜੂਨ ਨੂੰ ਸਾਲ ਹੋ ਜਾਣਾ, ਥੋੜੇ ਦਿਨ ਹੀ ਰਹਿ ਗਏ ਆ, 3 ਸਾਲ ਤਾਂ ਹੋ ਗਏ, ਖੇਤੀ ਡੁੱਬ ਗਈ ਆ। ਉਹ ਕਾਨੂੰਨ ਰੱਦ ਕਰ ਦਿਓ, ਕਿਸਾਨਾਂ ਨੂੰ ਇਨਵੋਲਵ ਕਰਕੇ ਦੁਬਾਰਾ ਬਣਾ ਲਿਓ। ਇਹ ਸਾਰੇ ਦੇਸ਼ ਦੇ ਹਿੱਤ ਵਿੱਚ ਇਹੀ ਹੈ। ਤੁਹਾਡਾ ਵੀ ਪਾਉਣਾ ਹੈ। ਥੈਂਕ ਯੂ ਧਨੇਰ ਸਾਹਿਬ। ਪੰਜਾਬ ਦੇ ਭਾਜਪਾ ਆਗੂਆਂ ਦਾ ਕਹਿਣਾ ਹੈ ਕਿ ਅਸੀਂ ਵੀ ਇਸ ਗੱਲ ਦੀ ਹਮਾਇਤ 'ਚ ਹਾਂ ਕਿ ਮਸਲੇ ਦਾ ਹੱਲ ਹੋਣਾ ਚਾਹੀਦਾ ਹੈ। ਗੱਲਬਾਤ ਦਾ ਸੱਦਾ ਆਉਂਦਾ ਤਾਂ ਗੱਲਬਾਤ ਦੀ ਟੇਬਲ ਤੇ ਬਹਿ ਕੇ ਮਸਲੇ ਦਾ ਹੱਲ ਲੱਭਿਆ ਜਾਵੇ। ਧਨੇਰ ਜੀ, ਕੀ ਢਿੱਚਣਾ, ਕਿਉਂ ਨਹੀਂ ਗੱਲਬਾਤ ਦੀ ਮੇਜ਼ ਤੇ ਮਸਲੇ ਦਾ ਹੱਲ ਨਿਕਲਦਾ? ਧਨੇਰ ਸਾਹਿਬ। ਜਗਤਾਰ ਸਿੰਘ ਜੀ, ਰੌਲਾ ਸਾਡਾ ਸਰਕਾਰ ਨੂੰ ਪਹਿਲਾਂ ਵੀ ਪਤਾ, ਹੁਣ ਵੀ ਹੈ। ਸਾਡਾ ਰੌਲਾ ਉਹੀ ਹੈ ਕਿ ਜਿਹੜੇ ਇਹ 3 ਕਾਲੇ ਕਾਨੂੰਨ ਨੇ, ਜਾਂ ਜੋ ਵੀ ਸਾਡੀਆਂ ਮੰਗਾਂ ਲੈ ਕੇ ਅਸੀਂ ਬੈਠੇ ਹਾਂ, ਅਸੀਂ ਉਹ 100% ਰੱਦ ਕਰਾਉਣੀ ਆ, ਕਿਉਂਕਿ ਉਹ ਸਾਡੀ ਕਿਸਾਨੀ ਦੇ ਬਰੰਟ ਨਹੀਂ ਹੈ ਮੌਤ ਦੇ। ਉਹ ਜਿਹੜੇ ਕਿਰਤੀ ਜਮਾਤ ਹੈ, ਜਿਹੜੀ ਕਮਾ ਕੇ ਰੋਟੀ ਖਾਂਦੀ ਹੈ, ਉਹਨਾਂ ਦੀ ਮੌਤ ਦੇ ਬਰੰਟ ਹੈ ਅਸਲ ਦੇ ਵਿੱਚ। ਚਾਹੇ ਬਾਜ਼ਾਰ 'ਚ ਛੋਟੀ ਦੁਕਾਨਦਾਰੀ ਹੈ, ਚਾਹੇ ਮਜ਼ਦੂਰ ਜਮਾਤ ਹੈ। ਤੁਸੀਂ ਦੇਖੋ, ਮੈਂ ਉਦਾਹਰਨ ਦਿੰਦਾ, ਇੱਕ ਮਜ਼ਦੂਰਾਂ, ਸਾਡਾ ਇੱਕ ਟਰਾਲੀ ਮੰਡੀ ਦੇ ਵਿੱਚ ਜਾਂਦੀ ਹੈ ਕਣਕ ਦੀ ਜਾਂ ਚੌਲਾਂ ਦੀ ਜਾਂਦੀ ਹੈ, ਉਹਨੂੰ ਕਿੰਨੀ ਵਾਰੀ ਮਜ਼ਦੂਰ ਦਾ ਹੱਥ ਲੱਗਦਾ ਹੈ। ਜਦੋਂ ਝਾੜ ਲਾਉਂਦਾ ਉਦੋਂ ਲੱਗਦਾ, ਟਰਾਲੀ ਲਾਉਂਦਾ ਉਹਦੀ ਉਹਨੂੰ ਮਿਹਨਤ ਮਿਲਦੀ ਹੈ,
ਉਸ ਤੋਂ ਬਿਨਾਂ ਬੋਰੀਆਂ ਭਰਦਾ ਉਹਦੀ ਮਿਹਨਤ ਮਿਲਦੀ ਆ, ਬੋਰੀਆਂ ਟਰੱਕ 'ਚ ਲੱਦਦਾ ਉਹਦੀ ਮਿਹਨਤ ਮਿਲਦੀ ਆ, ਗਾਹਾਂ ਜਾ ਕੇ ਗੋਦਾਮ 'ਚ ਲੱਗਦੀ ਆ ਉਹਦੀ। ਉਦੋਂ ਬਾਅਦ ਉਹਦਾ ਚੌਲ ਬਣਨਾ ਸ਼ੁਰੂ ਹੋ ਜਾਂਦਾ। ਕਹਿਣ ਤੋਂ ਬਾਅਦ ਵੀ ਇੱਕ ਬੋਰੀ ਨੂੰ ਇੱਕ ਮਜ਼ਦੂਰ ਦਾ ਹੱਥ ਕਿੰਨੀ ਵਾਰੀ ਲੱਗੇ, ਸਾਨੂੰ ਨਾ ਘਾਟਾ ਪੈਂਦਾ ਹੀ ਪੈਂਦਾ। ਕੋਈ ਰੌਲਾ ਨਹੀਂ, ਸਾਨੂੰ ਪੂਰਾ ਭਾਅ ਨਹੀਂ ਮਿਲਦਾ। C2 ਫਾਰਮੂਲੇ ਦੇ ਮੁਤਾਬਕ ਕਿਸਾਨ ਨੂੰ ਤਾਂ ਫਸਲ ਦਾ ਭਾਅ ਹੀ ਨਹੀਂ ਮਿਲ ਰਿਹਾ, ਸਾਨੂੰ ਤਾਂ ਘਾਟਾ ਪੈਂਦਾ। ਮਜ਼ਦੂਰ ਨੂੰ ਜਿਹੜਾ ਵਿਚਾਰਾ ਵਜਨ ਚੱਕ ਕੇ ਰੋਟੀ ਕਮਾ ਕੇ ਆਪਦੇ ਬੱਚਿਆਂ ਵਾਸਤੇ ਲੈ ਕੇ ਜਾ ਰਿਹਾ, ਮੈਂ ਕਹਿੰਦਾ 10 ਵਾਰੀ ਇੱਕ ਗੱਟੇ ਨੂੰ ਮਜ਼ਦੂਰ ਦਾ ਹੱਥ ਲੱਗਦਾ ਝੋਨੇ ਤੇ ਕਣਕ ਦੇ ਨੂੰ, ਉਹ ਬਿਲਕੁਲ ਇੱਕ ਵਾਰੀ ਵੀ ਨਹੀਂ ਲੱਗਣਾ। ਜਦੋਂ ਇਹ ਕਾਨੂੰਨ ਲਾਗੂ ਹੋ ਗਏ, ਕਿੰਨੇ ਲੋਕ ਜਿਹੜੇ ਕਿਰਤੀ ਹੈ ਜਾਂ ਜਿਹੜਾ ਬਾਜ਼ਾਰ ਹੈ, ਜਿਹੜੇ ਵੱਡੇ ਵੱਡੇ ਮਾਲ ਸਾਡੇ ਘੇਰੇ ਹੋਏ ਨੇ, ਅੱਜ ਟੋਲ ਪਲਾਜ਼ੇ ਸਾਡੇ ਬੰਦ ਕੀਤੇ ਹੋਏ ਨੇ, ਇਹਦਾ ਕੋਈ ਕਾਰਨ ਹੈ? ਇਹ ਇਸ਼ਾਰਾ ਵੀ ਜਿਹੜੀ ਕਿਰਤੀ ਜਮਾਤ ਹੈ, ਚਾਹੇ ਉਹ ਮਤਲਬ ਛੋਟੇ ਬਾਜ਼ਾਰਾਂ 'ਚ ਟਰਾਂਸਪੋਰਟ ਹੈ, ਇਹਨੂੰ ਕਿਵੇਂ ਖਾਧਾ ਜਾਣਾ, ਅਸੀਂ ਉਸ ਗੱਲ ਨੂੰ ਸਮਝਦੇ ਹਾਂ। ਇਸ ਕਰਕੇ ਸਾਡੀ ਕੋਈ ਅੜੀ ਨਹੀਂ ਹੈ। ਕਈ ਵਾਰੀ ਪੱਤਰਕਾਰ ਸਾਨੂੰ ਸਵਾਲ ਕਰ ਦਿੰਦੇ ਆ, ਸਰਕਾਰ ਆਪਦੇ ਥਾਂ ਤੇ ਅੜੀ ਹੋਈ ਆ, ਤੁਸੀਂ ਆਪਦੇ ਥਾਂ ਤੇ ਅੜੇ ਹੋਏ ਆ। ਜੇ ਮੰਨ ਲਓ ਤੁਹਾਨੂੰ ਤੁਹਾਡੇ ਘਰ ਦੇ ਵਿੱਚੋਂ, ਤੁਹਾਡੇ ਖੇਤ ਦੇ ਵਿੱਚੋਂ ਬਾਂਹ ਫੜ ਕੇ, ਮੈਂ ਪੱਤਰਕਾਰ ਨੂੰ ਇੱਕ ਵਾਰੀ ਸਵਾਲ ਕੀਤਾ ਵੀ ਜੇ ਤੇਰੇ ਘਰ 'ਚੋਂ ਆ ਕੇ ਤੈਨੂੰ ਬਾਂਹ ਫੜ ਕੇ ਕੋਈ ਚੱਲ ਬਈ ਬਾਹਰ ਤੂੰ ਨਿਕਲਣਾ, ਤੂੰ ਕਹੇਗਾ ਮੈਂ ਨਿਕਲਣਾ ਨਹੀਂ, ਇਹ ਤੇਰੀ ਅੜੀ ਹੋਊ ਕਿਧਰ ਆਪਦੇ ਬਚਾਅ ਵਾਸਤੇ ਵਿਚਾਰ ਹੋਊਗਾ। ਇਹ ਅੜੀ ਕੋਈ ਨਹੀਂ ਹੈ ਸਾਡੀ ਕਿਰਤੀ ਜਮਾਤ ਨੂੰ ਬਚਾਉਣ ਵਾਸਤੇ। ਸਾਡੀ ਇਹ ਜਿਹੜੀ ਲੜਾਈ ਆ 100% ਸੱਚੀ ਆ, 100% ਹੀ ਨੰਬਰ ਲੈ ਕੇ ਉੱਠਣਾ। ਤੋਂ ਇਹ ਇਹਨਾਂ ਦੀ ਮਰਜ਼ੀ ਹੈ, 6 ਮਹੀਨੇ ਲਾਉਣੇ ਹੋਰ ਹੁਣੀ ਮੰਨ ਜਾਣਾ। ਅਸੀਂ ਤਾਂ ਸਿਰਫ ਜਿਹੜੀ ਇਹ ਮਤਲਬ ਲੋਕ ਸਾਨੂੰ ਪ੍ਰੈਸ ਦੇ ਵਿੱਚ ਬਦਨਾਮ ਕਰਦੀ ਸੀ ਭਾਜਪਾ, ਉਹਦੇ ਕਰਕੇ ਅਸੀਂ ਚਿੱਠੀ ਕੱਢੀ ਆ। ਚਿੱਠੀ ਸਾਡੀ ਸਹਿਮਤੀ ਹੈ ਸਾਰਿਆਂ ਦੀ, ਉਹ 'ਚ ਕੋਈ ਰੌਲਾ ਨਹੀਂ, ਪਰ ਨੰਬਰ ਅਸੀਂ ਪੂਰੇ ਦੇ ਪੂਰੇ ਹੀ ਲੈਣੇ ਆ। ਮਿਹਰਬਾਨੀ। ਸੋਢੀ ਸਾਹਿਬ, ਤੇਰੇ ਸਾਹਿਬ ਨੂੰ ਤੁਸੀਂ ਸੁਣਿਆ ਹੀ ਆ, ਉਹਨਾਂ ਦਾ ਕਹਿਣਾ ਕਿ ਤਿੰਨੇ ਖੇਤੀ ਕਾਨੂੰਨ ਰੱਦ ਕੀਤੇ ਤੋਂ ਬਗੈਰ ਹੋਰ ਕੋਈ ਚਾਰਾ ਨਹੀਂ, ਅਸੀਂ ਲੜਾਈ ਇਸੇ ਗੱਲ ਤੇ ਲੜ ਰਹੇ ਹਾਂ। ਇਸ ਕਰਕੇ ਜੇ ਪੰਜਾਬ ਦੇ ਭਾਜਪਾ ਆਗੂ ਜਿੱਦਾਂ ਸਿੰਗੜਾ ਜੀ ਨੇ ਕਿਹਾ, ਪਹਿਲਾਂ ਗਰੇਵਾਲ ਸਾਹਿਬ, ਇਸੇ ਤਰੀਕੇ ਨਾਲ ਜਿਹੜਾ ਕੋਈ ਹੋਰ ਆਗੂ ਵੀ ਇਸ ਗੱਲ ਦੀ ਹਮਾਇਤ ਸੀ, ਹੁਣ ਵੀ ਹੈਗੇ ਹੈ। ਪਰ ਸਵਾਲ ਇਹ ਪੈਦਾ ਹੁੰਦਾ, ਜੋ ਕਿਸਾਨ ਚਾਹੁੰਦੇ ਆ ਕਿ ਉਹ ਤਿੰਨੇ ਖੇਤੀ ਕਾਨੂੰਨ ਰੱਦ ਹੋਣ, ਮਸਲੇ ਦਾ ਹੱਲ ਤਾਂ ਉੱਥੇ ਆ ਕੇ ਖੜਾ ਨਹੀਂ ਜੀ। 6 ਮਹੀਨੇ ਤੋਂ ਥਾਂ ਕਹਿੰਦੇ ਸਾਲ ਵੀ ਲੱਗ ਜਾਏਗਾ। ਜੇ ਤਿੰਨੇ ਖੇਤੀ ਕਾਨੂੰਨ ਰੱਦ ਨਹੀਂ ਹੋਣਗੇ ਤਾਂ ਖੇਤੀ ਕਾਨੂੰਨ ਰੱਦ ਹੋਏ ਬਗੈਰ ਕੋਈ ਮਸਲੇ ਦਾ ਹੱਲ ਸੋਢੀ ਸਾਹਿਬ ਕਹਿੰਦੇ ਨਹੀਂ ਨਿਕਲੇਗਾ। ਲੱਗਦਾ ਤੁਹਾਨੂੰ ਇਸ ਗੱਲ ਤੇ ਕੋਈ ਸਹਿਮਤੀ ਬਣ ਸਕਦੀ ਹੈ ਸੋਢੀ ਜੀ? ਜਗਤਾਰ ਜੀ, ਗੱਲ ਇਸ ਤਰ੍ਹਾਂ ਹੈ ਕਿ ਜਦੋਂ ਪਹਿਲਾਂ ਗੱਲਬਾਤਾਂ ਦਾ ਦੌਰ ਸ਼ੁਰੂ ਹੋਇਆ, ਉਹਦੇ ਵਿੱਚ ਇੱਕ ਗੱਲ ਇਹ ਸਾਹਮਣੇ ਆਈ ਸੀ ਕਿ ਜਿਹੜੀਆਂ ਕੋਈ ਆਪਾਂ ਤੁਹਾਨੂੰ ਲੱਗਦਾ ਹੈ ਕਿ ਕਾਨੂੰਨ ਦੇ ਵਿੱਚ ਕੋਈ ਤੁਸੀਂ ਸੋਧਾਂ ਕਰਾਉਣੀਆਂ ਨੇ, ਤੁਹਾਡੇ ਕੋਈ ਇਸ ਤਰ੍ਹਾਂ ਦੇ ਸ਼ੰਕੇ ਨੇ ਕਿ ਵੀ ਇਸ ਤਰ੍ਹਾਂ ਨੁਕਸਾਨ ਹੋ ਜਾਊਗਾ, ਉਹ ਸੋਧਾਂ ਵਾਸਤੇ ਵੀ ਸਰਕਾਰ ਹਰ ਫਰੰਟ ਤੇ ਤਿਆਰ ਸੀਗੀ। ਔਰ ਇਹ ਗੱਲ ਕਹਿ ਵੀ ਦਿੱਤੀ ਸੀ ਕਿ ਤੁਸੀਂ ਆਹ ਲਓ ਕਾਗਜ਼ ਜਿਹੜੀਆਂ ਸੋਧਾਂ ਆਪਦੀਆਂ ਕਰ ਲਓ, ਤੇ ਸਾਥੋਂ ਜਿਹੜੀਆਂ ਕੋਈ ਕਿਸਾਨਾਂ ਪ੍ਰਤੀ ਹੋਰ ਮੰਗਾਂ ਨੇ ਉਹ ਵੀ ਸਾਡੀਆਂ ਅਸੀਂ ਤੁਹਾਨੂੰ ਜਿਹੜੀਆਂ ਪੂਰੀਆਂ ਕਰ ਦਿੰਦੇ ਹਾਂ। ਲੇਕਿਨ ਉਸ ਤੋਂ ਬਾਅਦ ਫਿਰ ਇੱਕ ਪ੍ਰਸਤਾਵ ਆਇਆ ਕਿ ਸਰਕਾਰ ਨੇ ਕਿਹਾ ਕਿ ਅਸੀਂ ਜਿਹੜੇ ਕਾਨੂੰਨ ਨੇ ਇਹ ਸਸਪੈਂਡ ਕਰ ਦਿੰਦੇ ਆ, ਔਰ 2 ਸਾਲ ਲਈ 1.5 ਸਾਲ ਲਈ ਜਿਸ ਤਰ੍ਹਾਂ ਵੀ ਤੁਸੀਂ ਚਾਹੁੰਦੇ ਹੋ ਅਸੀਂ ਉਹ ਕਾਨੂੰਨਾਂ ਦੇ ਉੱਪਰ ਰੋਕ ਲਾ ਦਿੰਦੇ ਆ। ਵੈਸੇ ਵੀ ਮਾਨਯੋਗ ਸੁਪਰੀਮ ਕੋਰਟ ਨੇ ਕਾਨੂੰਨਾਂ ਦੇ ਉੱਪਰ ਰੋਕ ਲਾ ਹੀ ਦਿੱਤੀ ਹੋਈ ਹੈ। ਸੋ ਮੇਰਾ ਕਹਿਣਾ ਇਹ ਹੈ ਕਿ ਜਿੱਤੇ ਪੱਤਰ ਹੈ ਉਹਦੇ ਇੱਕ ਬਹੁਤ ਹੀ ਸੀਨੀਅਰ ਕਿਸਾਨ ਆਗੂ, ਉਹਨਾਂ ਨੂੰ ਇੱਕ ਪੱਤਰਕਾਰ ਨੇ ਸਵਾਲ ਪੁੱਛਿਆ ਸੀ ਕਿ ਤੁਸੀਂ ਜਿਹੜਾ ਚਿੱਠੀ ਲਿਖੀ ਹੈ, ਚਿੱਠੀ ਦੇ ਵਿੱਚ ਤੁਹਾਡੀਆਂ ਮੰਗਾਂ ਉਹੀ ਨੇ ਤੇ ਤੁਹਾਡੀ ਗੱਲਬਾਤ ਕਿਵੇਂ ਤੁਰੂਗੀ? ਤਾਂ ਉਹਨਾਂ ਨੇ ਕਿਹਾ ਸੀ ਕਿ ਜਦੋਂ ਅਸੀਂ ਟੇਬਲ ਤੇ ਬੈਠਾਂਗੇ ਹੋ ਸਕਦਾ ਇਹਦੇ ਕੋਈ ਗੱਲ ਵਿਚਾਲਿਓਂ ਕੋਈ ਰਸਤਾ ਨਿਕਲ ਆਵੇ। ਤੇ ਮੈਂ ਇਹ ਚਾਹਣਾ ਕਿ ਚਲੋ ਜਦੋਂ ਗੱਲਬਾਤ ਹੋਊਗੀ, ਵੱਡੇ ਵੱਡੇ ਮਸਲੇ ਵੀ ਗੱਲਬਾਤ ਰਾਹੀਂ ਹੱਲ ਹੋਣੇ ਹੈ, ਤੇ ਆਪਾਂ ਨੂੰ ਆਸਬੰਦ ਰਹਿਣਾ ਚਾਹੀਦਾ, ਪੋਜ਼ਿਟਿਵ ਰਹਿਣਾ ਚਾਹੀਦਾ। ਮੈਨੂੰ ਪੂਰਨ ਉਮੀਦ ਹੈ ਜਿਹੜੀ ਚਿੱਠੀ ਲਿਖੀ ਗਈ ਹੈ ਇਹ ਚਿੱਠੀ ਜ਼ਰੂਰ ਨਿਪਟਾਰੇ ਵੱਲ ਲੈ ਕੇ ਤੁਰੂਗੀ। ਸੋਢੀ ਸਾਹਿਬ, ਜਿਹੜਾ ਬਿਲਕੁਲ ਆਪਾਂ ਬ੍ਰੇਕ ਲੈਣੀ ਹੈ, ਪਰ ਬ੍ਰੇਕ ਤੋਂ ਪਹਿਲਾਂ ਇੱਕ ਨਿੱਕਾ ਜਿਹਾ ਸਵਾਲ ਜਿਹੜਾ ਸਿੰਗੜਾ ਸਾਹਿਬ ਨੇ ਕਿਹਾ, ਸਵਾਲ ਨਿੱਕਾ ਪਰ ਗੱਲ ਵੱਡੀ ਹੈ। ਉਹ ਹੈ ਕਿ ਪੰਜਾਬ ਭਾਜਪਾ ਦੇ ਆਗੂਆਂ ਨੂੰ ਕਹਿੰਦੇ ਕੋਈ ਪੁੱਛਦਾ ਨਹੀਂ, ਪਰ ਮੇਰਾ ਸਵਾਲ ਇਹ ਹੈ ਬੀਇੰਗ ਜਰਨਲਿਸਟ ਕਿ ਪੰਜਾਬ ਭਾਜਪਾ ਦੇ ਆਗੂ ਜੇ ਕੋਈ ਆਪਣਾ ਦੁਆ ਜਾਂ ਬਣਾਉਣ, ਕੱਲ ਨੂੰ ਪੰਜਾਬ 'ਚ ਇਲੈਕਸ਼ਨਾਂ ਵੀ ਹੈਗੀਆਂ, ਤੁਹਾਡੀ ਸੁਣਵਾਈ ਹੋਏਗੀ ਸੋਢੀ ਸਾਹਿਬ ਜੇ ਕੇਂਦਰ ਤੇ ਕੋਈ ਦੁਆ ਬਣਾਉਣੇ ਇਸ ਗੱਲ ਦੀ ਕਿ ਹੱਲ ਨਿਬੇੜੋ ਮਸਲੇ ਦਾ? ਜਗਤਾਰ ਜੀ, ਦੇਖੋ ਸੰਘੇੜਾ ਸਾਹਿਬ ਨੇ ਆਪਣੀ ਪਾਰਟੀ ਮੁਤਾਬਕ ਜੋ ਗੱਲ ਕਹਿਣੀ ਹੈ ਵਿਰੋਧੀਆਂ ਨੇ ਕਹਿਣੀ ਹੁੰਦੀ ਹੈ। ਦੇਖੋ ਇਹ ਤਾਂ ਅਸੀਂ ਜਾਣਦੇ ਹਾਂ ਕੋਈ ਸੁਣਦਾ ਜਾਂ ਨਹੀਂ ਸੁਣਦਾ, ਲੇਕਿਨ ਸੰਘੇੜਾ ਸਾਹਿਬ ਵੀ ਮੇਰੇ ਬੜੇ ਸਤਿਕਾਰਯੋਗ ਨੇ, ਮੇਰੇ ਟੀਵੀ ਤੇ ਡਿਬੇਟਾਂ ਦੇ ਨਾਲ ਆਉਂਦੇ ਰਹਿੰਦੇ ਨੇ। ਇਹੋ ਜੀ ਗੱਲ ਨਹੀਂ ਹੈ। ਭਾਜਪਾ ਇਕਾਈ ਨੇ ਪੂਰਾ ਪ੍ਰੈਸ਼ਰ ਬਣਾਇਆ ਹੋਇਆ, ਭਾਜਪਾ ਇਕਾਈ ਬਾਰ-ਬਾਰ ਬੇਨਤੀ ਕਰ ਰਹੀ ਹੈ ਇਸ ਮਸਲੇ ਨੂੰ ਨਿਬੇੜਿਆ ਜਾਵੇ। ਔਰ ਮੈਨੂੰ ਪੂਰਨ ਉਮੀਦ ਹੈ, ਮੈਂ ਪਹਿਲਾਂ ਗੱਲ ਕੀਤੀ ਹੈ ਇੱਕ ਵਿਚਾਲਿਓਂ ਕਿ ਜਿਹੜੀ ਇਹ ਚਿੱਠੀ ਲਿਖੀ ਗਈ ਹੈ ਇਹ ਪੋਜ਼ਿਟਿਵ ਸਾਈਨ ਹੈ। ਓਕੇ ਜੀ, ਮਿਹਰਬਾਨੀ, ਥੈਂਕ ਯੂ ਵੈਰੀ ਮਚ। ਹੁਣ ਆਪਾਂ ਲੈਣੇ ਛੋਟੀ ਜਿਹੀ
ਬ੍ਰੇਕ ਤੋਂ ਬਾਅਦ ਇਸੇ ਮੁੱਦੇ ਤੇ ਆ ਰਹੇ ਹਾਂ। ਕਿਸਾਨੀ ਅੰਦੋਲਨ ਕੌਮੀ ਤੇ ਕੌਮਾਂਤਰੀ ਪੱਧਰ ਤੇ ਉੱਠ ਰਹੀਆਂ ਆਵਾਜ਼ਾਂ, ਆਖਿਰਕਾਰ ਮਾਮਲਾ ਗੱਲਬਾਤ ਦੀ ਟੇਬਲ ਤੇ ਜਾ ਕੇ ਨਿਬੜੇਗਾ? ਇਹਨਾਂ ਮੁੱਦਿਆਂ ਤੇ ਕਰਾਂਗੇ ਸਵਾਲ ਨਿੱਕੀ ਜੀ ਬ੍ਰੇਕ ਦੇ ਬਾਅਦ। ਨਜ਼ਰੀਏ ਦੀ ਜਿਵੇਂ ਦਰਸ਼ਕਾਂ ਦਾ ਸਵਾਗਤ। ਸੁਰਜੀ ਸਾਹਿਬ, ਬ੍ਰੇਕ ਤੋਂ ਪਹਿਲਾਂ ਜਿਸ ਮੁੱਦੇ ਤੇ ਤੁਸੀਂ ਗੱਲ ਕਰ ਰਹੇ ਸੀ ਉਸੇ ਮੁੱਦੇ ਨਾਲ ਜੁੜਿਆ ਹੋਇਆ ਸਵਾਲ ਹੈ। 26 ਮਈ ਨੂੰ ਜਦੋਂ ਕਿਸਾਨ ਅੰਦੋਲਨ ਦੇ 6 ਮਹੀਨੇ ਮੁਕੰਮਲ ਹੋ ਰਿਹਾ ਹੈ ਤਾਂ ਉਹਨਾਂ ਨੇ ਕਾਲੇ ਦਿਵਸ ਦੇ ਤੌਰ ਤੇ ਇਸ ਨੂੰ ਮਨਾਉਣ ਦਾ ਸੱਦਾ ਦਿੱਤਾ ਹੈ। ਦੇਸ਼ ਦੀਆਂ ਬਹੁਤ ਸਾਰੀਆਂ ਪਾਰਟੀਆਂ ਨੇ, ਤਕਰੀਬਨ 1 ਦਰਜਨ ਪਾਰਟੀਆਂ ਨੇ ਇਸ ਜਿਹੜੇ ਸੱਦੇ ਦੀ ਹਮਾਇਤ ਕੀਤੀ ਹੈ। ਜੇ ਕਿਸਾਨ ਅੰਦੋਲਨ ਚੱਲਦਾ ਹੈ ਤਾਂ ਇਹਦੇ ਲੱਗਦਾ ਛੋਟੀ ਸਾਹਿਬ ਇਹ ਨਹੀਂ ਲੱਗਦਾ ਕਿ ਭਾਜਪਾ ਦੇਸ਼ ਦੇ ਵਿੱਚ ਅਲੱਗ ਥਲੱਗ ਪੈਂਦੀ ਨਜ਼ਰ ਆ ਰਹੀ ਹੈ, ਕਿਉਂਕਿ ਕਿਸਾਨੀ ਮੁੱਦਾ ਜਿੰਨਾ ਲੰਬਾ ਪੈਂਦਾ ਜਾ ਰਿਹਾ ਹੈ ਉਨੇ ਜਿਹੜੇ ਉਹਦੇ ਨਤੀਜੇ ਜਿਹੜੇ ਭਾਜਪਾ ਨਾਲ ਟਕਰਾਅ ਨੂੰ ਵੱਧ ਰਹੇ ਹੈ। ਜੀ ਛੋਟੀ ਸਾਹਿਬ। ਜਗਤਾਰ ਜੀ, ਮੈਂ ਪਹਿਲਾਂ ਵੀ ਕਿਹਾ ਸੀ ਕਿ ਲੋਕਤੰਤਰ ਦੇ ਵਿੱਚ ਸਾਰੀਆਂ ਜਥੇਬੰਦੀਆਂ ਨੂੰ, ਕੋਈ ਵੀ ਭਰਾਤਰੀ ਜਥੇਬੰਦੀਆਂ, ਕੋਈ ਮੁਲਾਜ਼ਮ ਜਥੇਬੰਦੀਆਂ, ਹਰ ਇੱਕ ਨਾਗਰਿਕ ਨੂੰ ਅਧਿਕਾਰ ਮਿਲਿਆ ਕਿ ਉਹ ਆਪਣਾ ਜਿਸ ਤਰ੍ਹਾਂ ਦਾ ਵੀ ਰੋਸ ਪ੍ਰਦਰਸ਼ਨ ਕਰ ਸਕਦਾ ਹੈ। ਲੇਕਿਨ ਮੈਂ ਕਿਸਾਨਾਂ ਦਾ ਬੜਾ ਧੰਨਵਾਦੀ ਹਾਂ। ਅਸੀਂ ਪਹਿਲਾਂ ਵੀ ਇਸ ਗੱਲ ਤੇ ਕਹਿੰਦੇ ਹੁੰਦੇ ਹਾਂ ਕਿ ਬੜੇ ਸ਼ਾਂਤਮਈ ਢੰਗ ਦੇ ਨਾਲ ਇਹਨਾਂ ਨੇ ਆਪਣੇ ਅੰਦੋਲਨ ਨੂੰ ਚਲਾਇਆ ਹੋਇਆ ਹੈ। ਲੇਕਿਨ ਮੈਂ ਹਮੇਸ਼ਾ ਹੀ ਕਹਿਣਾ ਕਿ ਕਿਸੇ ਵੀ ਕੰਮ ਲਈ ਆਸਬੰਦ ਰਹਿਣਾ ਜ਼ਰੂਰੀ ਹੈ। ਮੈਨੂੰ ਪੂਰਨ ਉਮੀਦ ਹੈ ਕਿ ਹੁਣ ਬਹੁਤਾ ਸਮਾਂ ਨਹੀਂ ਲੱਗਣਾ, ਜੋ ਮੈਨੂੰ ਇੰਡੀਕੇਸ਼ਨ ਮਿਲੇ ਨੇ ਕਿ ਬਹੁਤ ਜਲਦੀ ਗੱਲਬਾਤ ਹੋ ਜਾਣੀ ਹੈ ਔਰ ਇਹਦਾ ਸਾਰਥਕ ਨਤੀਜਾ ਨਿਕਲਣਾ ਹੈ। ਮੈਂ ਪੂਰੀ ਆਸ ਨਾਲ ਕਹਿ ਸਕਦਾ ਜੀ ਛੋਟੀ ਸਾਹਿਬ, ਸਾਰਥਕ ਨਤੀਜਾ ਨਿਕਲੇ। ਆਪਾਂ ਫਿਰ ਉਸ ਦਿਨ ਡਿਬੇਟ ਤੇ ਤੁਹਾਨੂੰ ਆਉਣ ਦੇ ਲਈ ਬੇਨਤੀ ਕਰਾਂਗਾ। ਚੰਗਾ ਸੰਕੇਤ ਤੁਸੀਂ ਦੇ ਰਹੇ ਹੋ ਜਿਸ ਤਰੀਕੇ ਨਾਲ ਗੱਲਬਾਤ ਅੱਗੇ ਵੱਧ ਰਹੀ ਹੈ। ਸਿੰਗੜਾ ਸਾਹਿਬ, ਇਹੋ ਸਵਾਲ ਕਿ ਕਾਲੇ ਦਿਵਸ ਦੀ ਜਦੋਂ ਆਪਾਂ ਗੱਲ ਕਰਦੇ ਹਾਂ 26 ਮਈ ਦੀ, ਕੌਮੀ ਪੱਧਰ ਤੇ ਕਈ ਜਿਹੜੀਆਂ ਰਾਜਸੀ ਧਿਰਾਂ ਨੇ ਇਸ ਅੰਦੋਲਨ ਦੀ, ਇਸ ਸੱਦੇ ਦੀ ਹਮਾਇਤ ਕੀਤੀ ਹੈ। ਇਸ ਦੇ ਨਾਲ ਭਾਜਪਾ ਲਈ ਕੌਮੀ ਪੱਧਰ ਤੇ ਅਲੱਗ ਪੈਣ ਦੀਆਂ ਮੁਸ਼ਕਲਾਂ ਵਧੀਆਂ ਤੁਹਾਨੂੰ ਲੱਗਦਾ ਕਿ ਨਜ਼ਰ ਆ ਰਹੀਆਂ? ਪਰ ਸੋਢੀ ਸਾਹਿਬ ਦਾ ਕਹਿਣਾ ਹੈ ਕਿ ਨਹੀਂ, ਗੱਲਬਾਤ ਨਿਬੜੇਗੀ, ਅਸੀਂ ਪੂਰਨ ਆਸਵੰਦ ਹੈ, ਇਸ ਪਾਸੇ ਵੱਲ ਨੂੰ ਗੱਲਬਾਤ ਨਹੀਂ ਤੁਰੇਗੀ। ਰਾਜਸੀ ਧਿਰਾਂ ਦੀ ਆਪਣੀ ਸੋਚ ਹੈ। ਸਿੱਧੂ ਸਾਹਿਬ, ਮੈਂ ਪਹਿਲਾਂ ਤਾਂ ਧਨੇਰ ਸਾਹਿਬ ਨੇ ਜਿਹੜੀ ਗੱਲ ਕਹੀ ਸੀ ਉਹ 'ਚ ਇੱਕ ਚੀਜ਼ ਐਡ ਕਰਨੀ ਚਾਹੁੰਦਾ ਹਾਂ। ਬਹੁਤ ਵਧੀਆ ਤਰੀਕੇ ਨਾਲ ਉਹਨਾਂ ਨੇ ਦੱਸਿਆ ਕਿ ਮਜ਼ਦੂਰ ਦਾ ਕਿਸ ਤਰ੍ਹਾਂ ਨੁਕਸਾਨ ਹੋਣਾ ਆ। ਮੈਂ ਇੱਕ ਗੱਲ ਥੋੜ੍ਹੀ ਜਿਹੀ ਹੋਰ ਵੀ ਹਾਈਲਾਈਟ ਕਰਨੀ ਚਾਹੁੰਦਾ। ਧਨੇਰ ਸਾਹਿਬ ਨੂੰ ਵੀ ਇਸ ਗੱਲ ਦਾ ਪਤਾ ਹੀ ਆ ਕਿ ਜਿਹੜਾ ਵੀ ਮਜ਼ਦੂਰ ਮੰਡੀਆਂ 'ਚ ਜਾਂ ਫੂਡ ਕੰਮ ਕਰਦਾ ਆ ਜਾਂ ਫੂਡ ਗ੍ਰੇਨ ਦੀ ਢੁਆਈ ਨਾਲ, ਲਦਾਈ ਨਾਲ, ਲੋਹਾਈ ਨਾਲ ਅਟੈਚਡ ਹੈ, ਉਹਦੀ ਮਜ਼ਦੂਰੀ ਪੰਜਾਬ ਮੰਡੀ ਬੋਰਡ ਫਿਕਸ ਕਰਦਾ ਆ। ਔਰ ਹਰ ਸਾਲ ਇੱਕੋ ਇੱਕ ਜਿਹੜੀ ਨਾਨ ਗਵਰਨਮੈਂਟ ਜਥੇਬੰਦੀ ਆ, ਨਹੀਂ ਤਾਂ ਮੁਲਾਜ਼ਮਾਂ ਤੇ ਹੀ ਆ, ਉਹ ਪ੍ਰਾਈਸ ਇੰਡੈਕਸ ਦੇ ਨਾਲ ਜੁੜਿਆ ਹੋਇਆ। ਕਿਸਾਨਾਂ ਦੀ ਕੀਮਤ ਭਾਵੇਂ ਅਜੇ ਤੱਕ ਪ੍ਰਾਈਸ ਇੰਡੈਕਸ ਨਾਲ ਨਹੀਂ ਜੁੜੀ, ਕਿਸਾਨਾਂ ਦੀ ਜਿਣਸ ਦੀ। ਸੋ ਉਹ ਮੰਡੀ ਬੋਰਡ ਵੀ ਖਤਮ ਹੋ ਰਿਹਾ ਹੈ ਇਹਨਾਂ ਕਾਨੂੰਨਾਂ ਦੇ ਨਾਲ। ਇਹ ਮੰਡੀਆਂ ਵੀ ਖਤਮ ਹੋ ਰਹੀਆਂ, ਮਜ਼ਦੂਰਾਂ ਦਾ ਰੁਜ਼ਗਾਰ ਵੀ ਜਾ ਰਿਹਾ ਤੇ ਕਿਸਾਨਾਂ ਦੀ ਖੇਤੀ ਘਾਟੇ ਵਾਲਾ ਸੌਦਾ ਬਣ ਕੇ ਹੌਲੀ ਹੌਲੀ ਜ਼ਮੀਨ ਵੀ ਖੁਸਣੀ ਹੈ ਛੋਟੇ ਤੇ ਮੀਡੀਅਮ ਕਿਸਾਨਾਂ ਦੀ। ਤੇ ਉਹ ਮਤਲਬ ਇਹਦੇ ਨਾਲ ਛੋਟੇ ਦੁਕਾਨਦਾਰ ਨੂੰ ਵੀ ਨੁਕਸਾਨ ਹੈ। ਈਵਨ ਹੌਲੀ ਹੌਲੀ ਇਹ ਜਿਹੜਾ ਨੁਕਸਾਨ ਸ਼ਹਿਰਾਂ ਦੀਆਂ ਕੱਪੜੇ ਦੀਆਂ ਦੁਕਾਨਾਂ ਤੇ ਹੋਰ ਇਨਸੈਕਟੀਸਾਈਡ, ਪੈਸਟੀਸਾਈਡ ਉਹਨਾਂ ਤੱਕ ਤੇ ਵੱਡੇ ਵਪਾਰ ਤੱਕ ਵੀ ਇਹਦਾ ਨੁਕਸਾਨ ਪੈਣਾ ਸਿਵਾਏ MNCs ਤੋਂ। ਇਹ ਬਿਲਕੁਲ ਹੀ ਨੈਗੇਟਿਵ ਇਹਦਾ ਸਾਈਕਲ ਜਿਹੜਾ ਸ਼ੁਰੂ ਹੋ ਜਾਣਾ ਇਹਨਾਂ ਦੇ ਨਾਲ। ਬਾਕੀ ਜਿਹੜੀ ਗੱਲ ਕਹੀ ਆ ਸੋਢੀ ਸਾਹਿਬ ਨੇ, ਬਹੁਤ ਵਧੀਆ ਗੱਲ ਇਹਨਾਂ ਨੇ ਕੀਤੀ ਹੈ ਕਿ ਇਹ ਨਿਬੜਨਾ ਚਾਹੀਦਾ। ਅਸੀਂ ਮਤਲਬ ਜਿਹੜਾ ਦਿਲੋਂ ਇਹ ਗੱਲ ਕਹਿ ਰਹੇ ਹਾਂ, ਕਰ ਰਹੇ ਹਾਂ, ਜੇ ਚਿੱਠੀ ਇਹਨਾਂ ਦੀ ਦਾ ਅਸਰ ਪੈ ਜਾਵੇ ਤਾਂ ਮੈਂ ਕਹਿੰਦਾ ਬਹੁਤ ਚੰਗੀ ਗੱਲ ਆ। ਇਹ ਬੜੀ ਮੈਨੂੰ ਇਹਨਾਂ ਦੀ ਪੋਜ਼ਿਟਿਵ ਅਪਰੋਚ ਚੰਗੀ ਲੱਗੀ ਹੈ ਕਿ ਜੇ ਇਹ ਦਬਾਅ ਬਣਾਉਣ, ਜਿਹੜਾ ਤੁਸੀਂ ਵੀ ਸੁਝਾਅ ਦਿੱਤਾ ਹੈ ਕਿ ਇਹਨਾਂ ਦੀ ਸੁਣੀ ਜਾ ਸਕਦੀ ਹੈ ਅੱਗੇ ਇਲੈਕਸ਼ਨ, ਅਸੀਂ ਵੀ ਇਹੀ ਵਿਸ਼ ਕਰਦੇ ਹਾਂ। ਪਰ ਜਿਹੜੀ ਗੱਲ ਇਹ ਆ ਵੀ ਬਿਲਕੁਲ ਉੱਥੇ ਹੀ ਹੋਵੇ, ਉਹ ਮੈਂ ਸੋਢੀ ਸਾਹਿਬ ਦੇ ਧਿਆਨ 'ਚ ਲਿਆਉਣਾ ਚਾਹੁੰਦਾ ਹਾਂ ਕਿ ਸਭ ਤੋਂ ਪਹਿਲਾ ਨੁਕਸ, ਜਿਹੜਾ ਵੱਡਾ ਨੁਕਸ ਹੈ, ਉਹ ਇਹ ਹੈ ਕਿ ਇਹ ਕੇਂਦਰ ਸਰਕਾਰ ਦਾ ਅਧਿਕਾਰ ਖੇਤਰ ਹੀ ਹੈ ਨਹੀਂਗਾ। ਇਹ ਸੂਬੇ ਦਾ ਅਧਿਕਾਰ ਖੇਤਰ ਹੈ ਖੇਤੀਬਾੜੀ। ਔਰ ਖੇਤੀ ਮੰਤਰੀ ਨੇ ਪਹਿਲੀ ਗੱਲ ਤਾਂ ਮੀਟਿੰਗ ਵਿੱਚ ਮੰਨਿਆ ਵੀ ਸੀ ਜਦੋਂ ਕਿਸਾਨਾਂ ਨੇ ਇਹ ਮੁੱਦਾ ਉਠਾ ਲਿਆ ਹੈ, ਤੇ ਕਿਸਾਨ ਕਿੱਦਾਂ ਉਹ ਤੇ ਮੋਹਰ ਲਾ ਦੇਣ ਇਹਦੇ ਵਿੱਚ ਲੈਸ ਦੈਨ ਉਹਦੇ ਨਾਲੋਂ ਘੱਟੋ ਘੱਟ ਤੇ ਸਮਝੌਤਾ ਕਰਕੇ। ਨੰਬਰ 2 ਤੇ ਇੱਕ ਮੈਂ ਨਹੀਂ ਕਹਿ ਰਿਹਾ ਇਕੱਲੇ ਤੁਹਾਡੇ ਖੇਤੀ ਮੰਤਰੀ ਨਹੀਂ ਮੰਨੇ ਮੀਟਿੰਗ ਵਿੱਚ, ਉਸ ਤੋਂ ਬਿਨਾਂ ਜਿਹੜੇ ਨੀਤੀ ਆਯੋਗ ਦੇ ਮਿਸਟਰ ਰਮੇਸ਼ ਚੰਦ ਨੇ, ਇਕੋਨੋਮਿਸਟ, ਇੱਕੋ ਇੱਕ ਐਗਰੀਕਲਚਰ ਦਾ ਮੈਂਬਰ ਹੈ, ਉਹ ਇਕੋਨੋਮਿਸਟ ਮਿਸਟਰ ਰਮੇਸ਼ ਚੰਦ ਨੇ, PhD ਨੇ, ਇਹ ਬਹੁਤ ਤਕੜੇ ਇਕੋਨੋਮਿਸਟ ਨੇ। ਉਹ ਹੀ ਇਹਨਾਂ ਨੂੰ ਡੀਲ ਕਰਦੇ ਆ ਜਿਹੜੇ ਖੇਤੀਬਾੜੀ ਦੇ ਇਹ ਕਾਨੂੰਨ ਹੈਗੇ ਆ। ਉਹਨਾਂ ਦੇ ਆਪਣੇ ਹੀ ਇਹ ਆਰਡੀਨੈਂਸ ਜਾਰੀ ਕਰਨ ਤੋਂ ਪਹਿਲਾਂ ਆਪਣੇ ਹੀ ਉਹਨਾਂ ਦੇ ਪੇਪਰ ਵਿੱਚ ਲਿਖਿਆ ਸੀਗਾ ਕਿ 2017 ਚ ਪਹਿਲਾਂ ਅਸੀਂ ਇਹ ਕਾਨੂੰਨ ਜਿਹੜੇ ਆ ਇਹ ਇੱਕ ਡਰਾਫਟ ਐਕਟ ਬਣਾ ਕੇ ਸੂਬਿਆਂ ਨੂੰ ਭੇਜੇ ਸੀਗੇ
ਕਿਉਂਕਿ ਇਹ ਖੇਤੀਬਾੜੀ ਸਟੇਟ ਸਬਜੈਕਟ ਹੈ, ਪਰ ਸੂਬਿਆਂ ਨੇ ਲਾਗੂ ਨਹੀਂ ਕੀਤੇ। ਜੇ ਸੂਬਿਆਂ ਨੇ ਇਹਨਾਂ ਦੇ ਅਨੁਸਾਰ ਲਾਗੂ ਨਹੀਂ ਕੀਤੇ, ਜਦਕਿ ਆਪਣੇ ਹਿਸਾਬ ਨਾਲ ਇਹ ਲਾਗੂ ਕਰਨਾ ਹੁੰਦਾ, ਜਿਹੜਾ ਡਰਾਫਟ ਐਕਟ ਹੁੰਦਾ ਵੀ ਕਿਹੜੀਆਂ ਮੱਦਾਂ ਸੂਟ ਕਰਦੀਆਂ ਸੂਬੇ ਨੂੰ, ਇਸੇ ਕਰਕੇ ਸਟੇਟ ਸਬਜੈਕਟ ਆ। ਤੇ ਕਹਿੰਦੇ ਵੀ ਇਸ ਕਰਕੇ ਫਿਰ ਕੇਂਦਰ ਨੇ ਆਪ ਲਾਗੂ ਕਰਤੇ। ਸੋਢੀ ਸਾਹਿਬ ਦੱਸਣਗੇ ਕਿ ਸੰਵਿਧਾਨ 'ਚ ਕੋਈ ਪਹਿਲਾਂ ਤਰਮੀਮ ਕੀਤੀ ਆ ਕਿ ਖੇਤੀਬਾੜੀ ਕੇਂਦਰ ਦਾ ਸਬਜੈਕਟ ਬਣ ਗਿਆ, ਜਾਂ ਫਿਰ ਇਹ ਉਹਦੀ ਉਲੰਘਣਾ ਹੈ ਸੰਵਿਧਾਨ ਦੀ? ਜੇ ਸੰਵਿਧਾਨ ਦੀ ਉਲੰਘਣਾ ਆ ਜਿਹੜੀ ਕਿ ਮੈਂ ਸਮਝਦਾ, ਤੇ ਫਿਰ ਕਿੱਦਾਂ ਇਹ ਐਕਸੈਪਟ ਕਰ ਸਕਦੀਆਂ ਕਿਸਾਨ ਜਥੇਬੰਦੀਆਂ? ਨੂੰ ਬਾਖੂਬੀ ਇਸ ਗੱਲ ਦਾ ਪਤਾ ਆ। ਜਾਂ ਤਾਂ ਤੁਸੀਂ ਇਹ ਸੋਧ ਕਰ ਦਿਓ ਕਿ ਜਿਹੜੀ ਆ ਇਹ ਕਾਨੂੰਨ ਇਹ ਵਿੱਚ ਰੱਦ ਸਮਝੇ ਜਾਂਦੇ ਆ ਕਿਉਂਕਿ ਇਹ 'ਚ ਨੁਕਸਾ। ਇਹ ਕਰਕੇ ਮਤਲਬ ਹੁਣ ਕਿਹੜੀ ਸੋਧ ਕਿਸਾਨ ਇਸ ਮੱਦ ਨੂੰ ਠੀਕ ਕਰਕੇ ਤੁਹਾਨੂੰ ਪ੍ਰਪੋਜ਼ ਕਰਨ? ਸੋ ਇਹਦਾ ਰੱਦ ਕਰਨ ਤੋਂ ਬਿਨਾਂ ਕੋਈ ਚਾਰਾ ਨਹੀਂ ਹੈ। ਦਿਨੇਸ਼ ਸਾਹਿਬ ਨੇ ਬੜੇ ਕਲੀਅਰ ਕੱਟ ਦੱਸਿਆ ਵੀ ਇਹ ਤੋਂ ਪਿੱਛੇ ਸਾਡੇ ਹੈ ਹੀ ਕੁਛ ਨਹੀਂ। ਮਜ਼ਦੂਰਾਂ ਦੀ ਜਿਹੜੀ ਆ ਉਹ ਖਤਮ ਹੈ ਸਾਰਾ ਕੁਝ। ਕਿਸਾਨ ਹੌਲੀ ਹੌਲੀ ਘੱਟ ਜਾਊਗਾ। ਇਹ ਕੋਈ ਓਵਰ ਏ ਪੀਰੀਅਡ ਆਫ ਟਾਈਮ 2-3-4 ਸਾਲ ਆਪਾਂ ਜਵਾਬ ਲੈਣੇ ਆ। ਮੈਨੂੰ ਇਹ ਗੱਲ ਨੂੰ ਪ੍ਰੈਸ ਇਸ਼ੂ ਨਹੀਂ ਬਣਾਉਣਾ ਚਾਹੀਦਾ। ਸਰਕਾਰ ਵੱਡੀ ਘੇਰਾ ਕੇਂਦਰ ਸਰਕਾਰ ਪ੍ਰੈਸ ਇਸ਼ੂ ਨਹੀਂ ਬਣਾਉਣਾ ਚਾਹੀਦਾ, ਕਾਨੂੰਨ ਰੱਦ ਕਰਨੇ ਚਾਹੀਦੇ। ਬਿਲਕੁਲ ਤੁਹਾਡਾ ਵਿਊ ਪੁਆਇੰਟ ਆ ਗਿਆ। ਤੇ ਨਿਰ ਸਾਹਿਬ ਇੱਕ ਸਵਾਲ ਮੈਂ ਪੰਜਾਬ ਨਾਲ, ਕਿਉਂਕਿ ਪੰਜਾਬ ਦੀ ਗੱਲ ਹੋ ਰਹੀ ਹੈ, ਪੰਜਾਬ ਤੇ ਵੀ ਆਪਾਂ ਲਵਾਂਗੇ। ਉਹ ਇਹ ਕਿ ਜਦੋਂ ਆਪਾਂ ਗੱਲ ਕਰਦੇ ਹਾਂ ਕੇਂਦਰ ਦੇ ਰਵੱਈਏ ਦੀ, ਕਰੋਨਾ ਦੀ ਗੱਲ ਕਰਦੇ ਹਾਂ, ਇਹਨਾਂ ਦਿਨਾਂ 'ਚ ਕੈਪਟਨ ਅਮਰਿੰਦਰ ਦੇ ਮੀਡੀਆ 'ਚ ਬੜੇ ਜ਼ੋਰਦਾਰ ਬਿਆਨ ਆ ਰਹੇ ਹੈ ਕਿ ਕਰੋਨਾ ਬੜਾ ਫੈਲ ਰਿਹਾ, ਕਿਸਾਨਾਂ ਨੂੰ ਆਪਣਾ ਅੰਦੋਲਨ ਜਿਹੜਾ ਹੈਗਾ ਵਧਾ ਕੇ ਵੱਡੇ ਇਕੱਠ ਕਰਕੇ ਇਹ ਕਰੋਨਾ ਦਾ ਬਹੁਤ ਵੱਡਾ ਇੱਕ ਕਾਰਨ ਬਣ ਜਾਏਗਾ, ਨਹੀਂ ਕਰਨੇ ਚਾਹੀਦੇ। ਕੀ ਲੱਗਦਾ ਕਿ ਅਮਰਿੰਦਰ ਵੀ ਉਹੀ ਬੋਲੀ ਬੋਲ ਰਿਹਾ ਕਿ ਹੁਣ ਜਿਹੜਾ ਕਿਸਾਨ ਅੰਦੋਲਨ ਹੈ ਬੇਲੋੜਾ ਜਾਂ ਖਤਰਾ ਖੜਾ ਕਰ ਰਿਹਾ ਕਿਸਾਨ ਅੰਦੋਲਨ? ਕੀ ਕਹੋਗੇ ਜਦੋਂ ਕਿ ਕੁਝ ਕਿਸਾਨ ਜਥੇਬੰਦੀਆਂ ਅਗਲੇ 2-3 ਦਿਨ ਅਮਰਿੰਦਰ ਦੇ ਬਟਾਲਾ ਸ਼ਹਿਰ ਦੇ ਬਰੂਹੇ ਤੇ ਜਾ ਕੇ ਬੈਠ ਰਹੀਆਂ? ਜੀ ਦਿਨੇਸ਼ ਜੀ। ਜਗਤਾਰ ਸਿੰਘੜਾ ਜੀ, ਮੇਰੀ ਬੇਨਤੀ ਆ, ਮੈਂ ਜੋ ਬੋਲੂੰਗਾ ਉਹ ਮੈਂ ਤੱਥਾਂ ਦੇ ਆਧਾਰ ਤੇ ਬੋਲੂੰਗਾ। ਅਸੀਂ ਦਿੱਲੀ ਦੇ ਬਾਰਡਰਾਂ ਤੇ ਬੈਠੇ ਆ। 470 ਲਾਸ਼ਾਂ ਕੱਲ ਤੱਕ ਸਾਡੀਆਂ ਇੱਥੋਂ ਚਲੀਆਂ ਜਾ ਚੁੱਕੀਆਂ, ਜਿਨ੍ਹਾਂ ਚੋਂ ਇੱਕ ਬੰਗਾਲ ਦੀ ਲੜਕੀ ਨੂੰ ਕਰੋਨਾ ਹੋ ਕੇ ਆਇਆ ਸੀ, ਬੰਗਾਲ ਚੋਂ ਉਹਨੂੰ ਕਰੋਨਾ ਹੋਇਆ। ਅਸੀਂ ਇੱਥੇ ਲੜੇ ਆ, ਥੋੜੇ ਦਿਨ ਹੋਇਆ, 4-5 ਦਿਨ ਹੋਇਆ, ਸਾਡੇ 2 ਕਿਸਾਨਾਂ ਦੀ ਮੌਤ ਹੋਈ ਸ਼ੂਗਰ ਘਟਣ ਕਾਰਨ। ਤੁਸੀਂ ਅੰਦਾਜ਼ਾ ਲਾਓ, ਜੇ ਕੋਈ ਕਰੋਨਾ ਦਾ ਮਰੀਜ਼ ਆਏ, ਹਦਾਇਤਾਂ ਨੇ WHO ਦੀਆਂ ਬਈ ਕਰੋਨਾ ਦੇ ਮਰੀਜ਼ ਦਾ ਤਾਂ ਪੋਸਟਮਾਰਟਮ ਨਹੀਂ ਹੁੰਦਾ, ਉਹਨਾਂ ਤੋਂ ਉਵੇਂ ਬੰਨ ਕੇ ਪੰਡ ਜੀ ਉਹਨਾਂ ਦਾ ਫੂਕਣ ਵੀ ਨਹੀਂ ਜਾਂਦਾ ਕੋਈ। ਇਹਨਾਂ ਨੇ ਸਾਡੇ ਸਿਰ ਮੜਿਆ ਜਾਣ ਬੁੱਝ ਕੇ ਪ੍ਰਚਾਰ ਕਰਕੇ ਵੀ ਉਹਨਾਂ ਕਿਸਾਨਾਂ ਦੀ ਮੌਤ ਕਰੋਨਾ ਨਾਲ ਹੋਈ ਆ, ਜਿਹੜਾ ਸਰਾਸਰ ਝੂਠ ਹੈ। ਦੂਜੀ ਗੱਲ, ਜਿੱਥੋਂ ਤੱਕ ਅਸੀਂ ਕਰੋਨਾ ਦੀ ਕਹਿੰਦੇ, ਅਸੀਂ ਕਹਿੰਦੇ ਬਿਮਾਰੀ ਹੈ। ਇਹ ਜਿੰਨੀ ਮਹਾਮਾਰੀ ਮੋਦੀ ਮੀਡੀਆ ਉਡਾ ਰਿਹਾ, ਮਹਾਮਾਰੀ ਨਹੀਂ ਹੈ, ਇਹ ਬਿਮਾਰੀ ਹੈ। ਬਿਮਾਰੀ ਕਿਸੇ ਨੂੰ ਲੱਗ ਕੇ ਠੀਕ ਹੋ ਜਾਂਦੀ ਹੁੰਦੀ ਹੈ। ਬਹੁਤ ਸਾਡੇ ਜਿਹੜੇ ਮਤਲਬ ਪੰਜਾਬ ਦੇ ਵਿੱਚ ਵੀ ਕਿਸਾਨ ਠੀਕ ਹੋ ਕੇ ਆ ਗਏ, ਦੁਬਾਰੇ ਫੇਰ ਆ ਗਏ। ਯਾਨੀ ਜਿਹੜਾ ਹੁਣ ਜੇ ਮੰਨ ਲਓ ਇਕੱਠਾਂ ਦੇ ਵਿੱਚ ਕਰੋਨਾ ਹੁੰਦਾ ਕਿਸਾਨਾਂ ਦੇ ਵਿੱਚ, ਆ ਜਿਹੜਾ ਹੁੱਡਾ ਸਾਹਿਬ ਨੇ ਉਦੋਂ 1000 ਦਾ ਇਕੱਠ ਕੀਤਾ ਜੀ, ਉੱਥੇ ਕਰੋਨਾ ਹੋਣ ਦਾ ਕੋਈ ਖਤਰਾ ਨਹੀਂ। ਹੁੱਡਾ ਜਿਹੜਾ ਸਾਡਾ ਉੱਥੋਂ ਕਰੋਨਾ ਡਰਦਾ ਕਿਉਂ ਸੀ? ਇਹਨਾਂ ਤੋਂ ਸਾਡੇ ਕਿਸਾਨਾਂ ਦੇ ਸਿਰ ਪਾੜ ਤੇ, ਸਾਡੀਆਂ ਭੈਣਾਂ ਦੇ ਸਿਰ ਪਾੜ ਤੇ, ਮਾਵਾਂ ਦੇ ਸਿਰ ਪਾੜ ਤੇ ਹਥਿਆਰ 'ਚ। ਉਦੋਂ ਇਹਨਾਂ ਨੂੰ ਸ਼ਰਮ ਨਹੀਂ ਆਈ ਇਹ ਗੱਲ ਕਹਿੰਦੇ ਵੀ ਕਿਸਾਨਾਂ ਕੋਲ ਹੀ ਕਰੋਨਾ, ਕਿਸਾਨ ਚੱਕਣ ਬਹਾਨਾ ਜੀ ਇਹ। ਦੂਜੀ ਗੱਲ, ਇੱਕ ਗੱਲ ਸੀਗੀ ਸੰਵਿਧਾਨ ਦੀ। ਦੇਖੋ ਉਹ ਮੈਂ ਸੋਢੀ ਸਾਹਿਬ ਬੋਲੇ ਸੀ, ਧੰਨਵਾਦ, ਉਹਨਾਂ ਨੇ ਵਧੀਆ ਬੋਲੀ 'ਚ ਗੱਲ ਕੀਤੀ ਆ। ਅਸੀਂ ਸੰਵਿਧਾਨ ਦੀ ਗੱਲ ਕਰਦੇ ਹਾਂ, ਸੰਵਿਧਾਨ ਦੇ ਵਿੱਚ ਤਾਂ ਮੇਰੀ ਗੱਲ ਦਾ ਜਵਾਬ ਇਹ ਦੇ ਗਏ ਭਾਈ ਸਿੰਘੜਾ ਜੀ ਹੋਣੀ ਵੀ ਸੰਵਿਧਾਨ ਤਾਂ ਅੱਗੇ ਨਹੀਂ ਦਿੰਦਾ ਇਹਨਾਂ ਨੂੰ। ਉਹ ਸਰਦਾਰ ਸਾਡੇ ਅੰਬੇਦਕਰ ਜੀ ਦਾ ਲਿਖਿਆ ਹੋਇਆ ਭਾਰਤ ਦਾ ਸੰਵਿਧਾਨ RSS ਨੂੰ ਆਗਿਆ ਨਹੀਂ ਦਿੰਦਾ, ਕੋਈ BJP ਨੂੰ ਆਗਿਆ ਨਹੀਂ ਦਿੰਦਾ ਇਹ ਕਾਲੇ ਕਾਨੂੰਨ ਬਣਾਉਣ ਦੀ। ਸੂਬਿਆਂ ਦੇ ਅਧਿਕਾਰ ਨੇ, ਪਰ ਇਹ ਇਕੱਲੇ ਕਰੋਨਾ ਵਾਲਾ ਪੱਤਾ ਥੋੜੀ ਵਰਤ ਹੋ ਰਿਹਾ, ਪੱਤਾ ਇੱਕ ਹੋਰ ਵੀ ਵਰਤ ਹੋ ਰਿਹਾ। ਜਿਵੇਂ ਮੈਂ ਪਹਿਲਾਂ ਕਿਹਾ ਸੀ ਵੀ ਹੋਰ ਸੂਬਿਆਂ 'ਚ ਪੈਰ ਉਖੜ ਗਏ, ਇਹ ਫਿਰ ਨਵੀਂ ਟਰਾਈ ਮਾਰ ਦਿੰਦੇ। ਇੱਕ ਤਾਂ ਪਿੱਛੇ ਦੇ ਸੋਢੀ ਸਾਹਿਬ ਦਾ ਮੈਂ ਬਿਆਨ ਸੁਣਿਆ ਵੀ ਇੱਕ ਆਗੂ ਕਹਿੰਦਾ ਇਹ ਜਦੋਂ ਟੇਬਲ ਟਾਕ ਤੇ ਬੈਠਾਂਗੇ ਨਿਕਲ ਸਕਦਾ। ਇਹ ਤੋਂ ਪਹਿਲਾਂ ਉਹਨਾਂ ਨੇ ਕਈ ਕਿਸਾਨ ਜਥੇਬੰਦੀਆਂ ਬਣਾਉਟੀ ਬਣਾ ਕੇ ਉਹਨਾਂ ਨਾਲ ਵੀ ਮਤਲਬ ਮੀਟਿੰਗਾਂ ਹੋਈਆਂ ਨੇ ਭਾਜਪਾ ਸਰਕਾਰ ਦੀਆਂ। ਕਹਿੰਦੇ ਕਿਸਾਨਾਂ ਦੀਆਂ ਜਥੇਬੰਦੀਆਂ ਨਾਲ ਗੱਲਾਂ ਚੱਲਦੀਆਂ। ਕਿਸੇ ਜਥੇਬੰਦੀ ਨੂੰ RSS ਦੀ ਹਮਾਇਤ ਹੋ ਸਕਦੀ ਹੈ, ਕੋਈ ਕਹਿ ਸਕਦਾ, ਪਰ ਜਿਹੜਾ ਇਹ ਥੰਬਲਾ ਬਣਿਆ ਹੋਇਆ, ਇੱਕ ਵੀ ਬੰਦਾ ਇਹਦੇ ਚੋਂ ਜਿਹੜਾ ਵੀ ਇੱਥੋਂ ਪਿੱਛੇ ਮੁੜੂਗਾ ਉਹਦੀ ਮਤਲਬ ਸਿਆਸੀ ਮੌਤ ਹੈ ਹੀ ਹੈ। ਮੈਨੂੰ ਲੱਗਦਾ ਵੀ ਕਿਸਾਨ ਵੈਸੇ ਵੀ ਡੰਡਾ ਡੁੱਕ ਸਕਦੇ ਆ। ਕਿਸਾਨਾਂ 'ਚ ਗੁੱਸਾ ਇੰਨਾ, ਕਿਉਂਕਿ ਕਿਸਾਨਾਂ ਦੀ ਨਹੀਂ ਕਿਰਤੀ ਲੋਕਾਂ ਦੀ ਮੌਤ ਦੇ ਬਰੰਟ ਹੈ। ਅੰਬੇਦਕਰ ਵਾਲੀ ਗੱਲ ਦੀ ਸੇਵਾ ਜਿਹੜੀ ਕਰ ਰਹੇ ਅੰਬੇਦਕਰ ਦਾ ਬਣਾਇਆ ਹੋਇਆ ਸੰਵਿਧਾਨ, ਨਵਾਂ ਪੱਤਾ ਇਹਨਾਂ ਨੇ ਸਿੱਟਿਆ ਵੀ ਮੁੱਖ ਮੰਤਰੀ ਅਸੀਂ ਦਲਿਤਾਂ 'ਚੋਂ ਬਣਾਵਾਂਗੇ। ਹੁਣ
ਦੇਖੋ ਕਿੰਨਾ ਸਟੈਂਡਿੰਗ ਵਾਲਾ ਪੱਤਾ ਵੀ ਇੱਕ ਪਾਸੇ ਉਹਦੇ ਸੰਵਿਧਾਨ ਦੇ ਬਣਾਏ ਹੋਏ ਮਤਲਬ ਅੰਬੇਦਕਰ ਦੇ ਬਣਾਏ ਹੋਏ ਸੰਵਿਧਾਨ ਨੂੰ ਪੈਰਾਂ ਥੱਲੇ ਰੋਲ ਕੇ ਸਾਡੀ ਕਿਰਤੀ ਜਮਾਤ ਦੀ ਰੋਟੀ ਖੋਹ ਰਹੇ ਆ। ਜੇ ਸਾਨੂੰ ਪਤਾ ਵੀ ਜਿਹੜੀ 1 ਘੰਟੇ ਦੀ ਚਟਨੀ ਸਾਨੂੰ 2 ਰੁਪਏ ਮਤਲਬ 100 ਰੁਪਏ ਦੀ ਮਿਲਿਆ ਕਰਨੀ ਆ। ਇੱਕ ਪਾਸੇ ਰੋਟੀ ਖੋਹ ਰਹੀ ਆ ਅੰਬੇਦਕਰ ਦੀ ਜਮਾਤ ਦੀ, ਇੱਕ ਪਾਸੇ ਉਹ ਲੋਕਾਂ ਨੇ ਮੁੱਖ ਮੰਤਰੀ ਬਣਾ ਰਹੇ ਕਿ ਇਹ ਗੱਲਾਂ ਬਾਤਾਂ ਨੇ। ਅਸੀਂ ਇਹਨਾਂ ਤੋਂ ਗਾਹ ਲੰਘੇ ਹੋਏ ਆ ਇੰਨਾ ਕਿਉਂਕਿ ਅੱਗੇ ਅਸੀਂ ਜੀ 2 ਅੱਖਾਂ ਨਾਲ ਝਾਕਦੇ ਹੁੰਦੇ ਸੀ ਇਹਨਾਂ ਕਨੀ। ਹੁਣ ਜਿਹੜੇ ਇੱਥੇ ਲੋਕ ਬੈਠੇ ਆ ਤੀਜੀ ਗਿਆਨ ਦੀ ਅੱਖ ਖੁੱਲੀ ਆ ਉਹਨਾਂ ਦੀ। ਮੈਂ ਲੋਕਾਂ ਨੂੰ ਸੱਦਾ ਵੀ ਦਊਂਗਾ, ਪਿਆਰੇ ਲੋਕੋ 2 ਅੱਖਾਂ ਸਦਾ ਖੁੱਲੀਆਂ, ਜਦੋਂ ਵੋਟਾਂ ਆਉਂਦੀਆਂ ਤੇ ਅੱਖਾਂ 'ਚ ਧੂੜ ਪਾ ਦਿੰਦੇ ਆ। ਦਿਮਾਗ ਦੀ ਤੀਜੀ ਅੱਖ ਖੋਲੋ। ਅਸੀਂ ਮੁੱਖ ਮੰਤਰੀ ਬਣਨ ਵਾਸਤੇ ਨਹੀਂ ਸੜਕਾਂ ਤੇ ਲੜਦੇ। ਮਨਜੀਤ ਨੇ ਦੀ ਜ਼ਿੰਦਗੀ ਦੇਖੋ 42 ਸਾਲ ਦੀ ਸ਼ੀਸ਼ੇ ਵਾਂਗੂ ਸਾਫ਼ ਆ। ਅਸੀਂ ਮੰਤਰੀ ਸ਼ਾਂਤਰੀ ਬਣਨ ਖਾਤਰ ਨਹੀਂ ਇੱਥੇ ਲੜਦੇ, ਜਿਹਨੂੰ ਲੋੜ ਉਹ ਬਣ ਜੂ। ਪਰ ਆਹ ਕਾਨੂੰਨਾਂ ਦੀ ਵਾਪਸੀ ਤੱਕ ਅਸੀਂ ਸਾਰੇ ਇੱਕ ਸਵਾਲ ਜਿਹੜਾ ਹੈਗਾ ਸਮੇਂ ਦੇ ਲਿਹਾਜ਼ ਨਾਲ ਮੈਂ ਪਰ ਜਵਾਬ ਜ਼ਰੂਰ ਚਾਹਾਂਗਾ। ਤੁਸੀਂ ਹਿਸਾਰ ਦਾ ਜ਼ਿਕਰ ਕੀਤਾ ਹੈ। ਹਿਸਾਰ ਦੇ ਵਿੱਚ ਲੱਗਦਾ ਇੱਕ ਪਾਸੇ ਜਦੋਂ ਆਪਾਂ ਗੱਲਬਾਤ ਦੇ ਸੱਦੇ ਦੀ ਗੱਲ ਕਰਦੇ ਹਾਂ ਤਾਂ ਦੂਜੇ ਪਾਸੇ ਜਿਹੜੀ ਹਿਸਾਰ ਦੀ ਜਿਹੜੀ ਹੈਗੀ ਹੈ ਸਰਕਾਰ ਹੈਗੀ ਹੈ, ਹਿਸਾਰ ਦੇ ਅੰਦਰ ਜੋ ਕੁਝ ਕਿਸਾਨਾਂ ਦੇ ਨਾਲ ਵਰਤਾਰਾ ਹੋਇਆ ਉਹਦੇ ਤੇ ਮੈਂ ਕਮੈਂਟਸ ਤੁਹਾਡੇ ਲੈਣਾ ਚਾਹੁੰਦਾ। ਦੇਖੋ ਮੈਂ ਤਾਂ ਇਹ ਕਹੂੰਗਾ ਵੀ ਸਰਕਾਰ ਜਿਹੜੀ ਅਸਲ 'ਚ ਡਰੀ ਹੋਈ ਆ, ਹਿੱਲੀ ਹੋਈ ਆ। ਉਹ ਜਦੋਂ ਕਹਿੰਦੇ ਮਤਲਬ ਸਿਰ 'ਚ ਪੈਂਦੀ ਆ ਪਤਾਲ ਇਹਨਾਂ ਨੂੰ ਆਉੜਦੀ ਨਹੀਂ ਹੁੰਦੀ। ਦੇਖੋ ਕਿਸਾਨ ਕੁੱਟ ਵੀ ਲਏ, ਪਹਿਲਾਂ ਮੂਰਖ ਬਣਾਉਣ ਲੱਗੇ ਸੀ, ਆਪ 1000 ਦਾ ਇਕੱਠ ਕਰੀ ਬੈਠਾ ਸੀ। ਸਾਡੇ ਤੇ ਮੈਂ ਤੁਹਾਨੂੰ ਪਹਿਲਾਂ ਬੋਲੀ ਗਿਆ, ਦੁਬਾਰੇ ਗੱਲ ਨਹੀਂ ਬੋਲਣੀ ਇਹ। ਉਹ 1000 ਵਾਲੇ ਘਰ 'ਚ ਕਰੋਨਾ ਆਉਂਦਾ ਨਹੀਂ ਸੀ ਤੇ ਜਦੋਂ ਕੁੱਟ ਲਏ ਤੇ ਇੱਧਰ ਪਤਾ ਲੱਗ ਗਿਆ ਵੀ ਅਸੀਂ ਵੀ ਸਿੰਘਾਂ ਤੇ ਮਿੱਟੀ ਚੱਕ ਲਈ ਕਿਸਾਨ ਜਥੇਬੰਦੀਆਂ ਨੇ। 2 ਘੰਟੇ ਦੀ ਟ੍ਰੈਫਿਕ ਜਾਮ ਜਦੋਂ ਹੋ ਗਈ ਤਾਂ ਰਾਤੇ ਹੀ ਮਤਲਬ ਸਾਡੇ ਕਿਸਾਨ ਵੀ ਛੱਡ ਤੇ। ਇਹ ਇਹਨਾਂ ਦੇ ਡਰ ਦੀਆਂ ਨਿਸ਼ਾਨੀਆਂ, ਇਹਨਾਂ ਨੂੰ ਪਤਾ ਵੀ ਸਾਡੇ ਜਿਹੜੇ ਸਿਆਸੀ ਮੌਤ ਦੇ ਬਰੰਕ ਨੇ ਉਹ ਜਾਰੀ ਹੋ ਚੁੱਕੇ ਆ। ਭਾਜਪਾ ਸਾਡਾ ਕਲੀਨ ਆਪਰੇਸ਼ਨ ਕਰਨ ਨੂੰ ਫਿਰਦੀ ਆ। ਮੈਂ ਕਹਿੰਦਾ ਬਾਅਦ ਇਹਨਾਂ ਕਹਿੰਦਾ ਮੈਂ ਸਾਡੀ 475 ਜਥੇਬੰਦੀਆਂ ਵੱਲੋਂ ਇਹ ਜ਼ਿਆਦਾ 1-2 ਦਿਨਾਂ ਦੇ ਕੇਸ ਅੰਬ ਦੇ ਹੈਗੇ ਕਾਲੇ ਕਾਨੂੰਨਾਂ ਨੂੰ ਐਲਾਨ ਕਰਨ। ਗੱਲਬਾਤ ਤੋਂ ਪਹਿਲਾਂ ਕਾਲੇ ਕਾਨੂੰਨ ਵਾਪਸ, ਸਾਰਾ ਕੁਝ ਜਿਹੜਾ ਕਿਸਾਨ ਮੰਗਦੇ ਉਹਨਾਂ ਦੀ 100% ਮੰਗ ਮੰਨ ਲਈ। ਨਹੀਂ ਪਰ ਭਾਰਤ ਦੀ ਧਰਤੀ ਤੋਂ ਬੀਜੇਪੀ ਦਾ ਸਫਾਇਆ ਹੋਊ, ਕਿਸਾਨਾਂ ਦਾ ਕਿਰਤੀਆਂ ਦਾ ਸਫਾਇਆ ਨਹੀਂ ਹੁੰਦਾ। ਓਕੇ, ਥੈਂਕ ਯੂ। ਚਲੋ ਤੁਹਾਡੀ ਗੱਲ ਆ ਗਈ ਜੀ, ਬਿਲਕੁਲ ਤੁਸੀਂ ਆਪਣਾ ਤੁਹਾਡੇ ਜਜ਼ਬਾਤ ਆ ਤਨੇਰ ਜੀ, ਤੁਸੀਂ ਗੱਲ ਕਹਿਤੀ। ਸੋਢੀ ਸਾਹਿਬ ਜੀ ਤੁਸੀਂ ਬਿਲਕੁਲ ਗੱਲਬਾਤ ਦੀ ਹਮਾਇਤ ਕਰ ਰਹੇ ਹੋ, ਤੁਸੀਂ ਸੰਕੇਤ ਵੀ ਦਿੱਤਾ ਕਿ ਗੱਲਬਾਤ ਨਿਬੜਨੀ ਚਾਹੀਦੀ ਹੈ। ਪਰ ਤਨੇਰ ਜੀ ਵੀ ਤੁਹਾਡੀ ਗੱਲ ਦੀ ਤਾਰੀਫ ਕਰਦੇ, ਕਹਿੰਦੇ ਚੰਗੀ ਗੱਲ ਆ, ਗੱਲ ਨਿਬੜਨੀ ਚਾਹੀਦੀ ਹੈ। ਪਰ ਜੇ ਗੱਲ ਨਾ ਨਿਬੜੀ, ਉਹ ਕਹਿੰਦੇ ਕਿਸਾਨ ਜਥੇਬੰਦੀ ਦੇ ਅੰਦੋਲਨ ਦਾ ਸਫਾਇਆ ਨਹੀਂ ਹੋਵੇਗਾ, ਭਾਜਪਾ ਦਾ ਸਫਾਇਆ ਹੋਏਗਾ ਹਿੰਦੁਸਤਾਨ ਚੋਂ। ਦੇਖੋ ਜੀ, ਧਨੇਰ ਸਾਹਿਬ ਨੂੰ ਗੱਲ ਕਰਨ ਦਾ ਅਧਿਕਾਰ ਹੈ। ਉਹਨਾਂ ਨੇ ਜੋ ਆਪਣੇ ਪੱਖ ਤੋਂ ਗੱਲ ਕਹੀ ਹੈ ਉਹਦੇ ਉੱਤੇ ਮੈਂ ਕੋਈ ਕਮੈਂਟ ਨਹੀਂ ਕਰਨਾ ਚਾਹੁੰਦਾ। ਮੈਂ ਤਾਂ ਸਿਰਫ ਇਹੀ ਕਹਿਣਾ ਕਿ ਧਨੇਰ ਸਾਹਿਬ ਠੀਕ ਹੈ, ਸੰਘਰਸ਼ ਲੰਮਾ ਚੱਲਿਆ ਔਰ ਜਿਹੜੇ ਉੱਥੇ ਆਪਣੇ ਕਿਸਾਨ ਭਰਾਵਾਂ ਦੀਆਂ ਸ਼ਹਾਦਤਾਂ ਦਾ ਨੁਕਸਾਨ ਹੋਇਆ ਉਹਦਾ ਅਸੀਂ ਪਹਿਲਾਂ ਵੀ ਦੁੱਖ ਪ੍ਰਗਟ ਕੀਤਾ, ਹੁਣ ਵੀ ਦੁੱਖ ਪ੍ਰਗਟ ਕਰਦੇ ਹਾਂ, ਨਹੀਂ ਹੋਣਾ ਚਾਹੀਦਾ। ਔਰ ਜਿਸ ਤਰ੍ਹਾਂ ਦੀ ਕਰੋਨਾ ਮਹਾਮਾਰੀ ਦੀ ਆਪਾਂ ਗੱਲ ਕਰਦੇ ਹਾਂ ਜਗਤਾਰ ਜੀ, ਜਿਹੜੀ ਕਰੋਨਾ ਮਹਾਮਾਰੀ ਹੈ, ਅਸੀਂ ਤਾਂ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿਸੇ ਦਾ ਨੁਕਸਾਨ ਨਾ ਹੋਵੇ। ਲੇਕਿਨ ਜਿਹੜੇ ਪਰਿਵਾਰਾਂ ਦਾ ਕਰੋਨਾ ਦੇ ਨਾਲ ਨੁਕਸਾਨ ਹੋਇਆ, ਜਾਂ ਉਹਨਾਂ ਨੂੰ ਪਤਾ ਹੈ ਜਾਂ ਕਿਸੇ ਸਕੇ ਸੰਬੰਧੀ ਜਾਂ ਦੋਸਤ ਮਿੱਤਰ ਇਸ ਮਹਾਮਾਰੀ ਤੋਂ ਨਹੀਂ ਬਚ ਸਕਿਆ, ਹਰ ਇੱਕ ਨੂੰ ਸੇਕ ਲੱਗਿਆ। ਚਲੋ ਤੁਸੀਂ ਪਾਲਣਾ ਕਰ ਰਹੇ ਹੋ ਹਰ ਗੱਲ ਦੀ। ਉੱਥੋਂ ਤੁਸੀਂ ਪਹਿਲਾਂ ਬਿਆਨ ਵੀ ਦਿੱਤਾ ਕਿ ਅਸੀਂ ਸੋਸ਼ਲ ਡਿਸਟੈਂਸ ਰੱਖ ਰਹੇ ਹਾਂ, ਅਸੀਂ ਜਿਹੜੀ ਹੈਗੀ ਆ ਮਾਸਕ ਵੀ ਬੰਨ੍ਹ ਰਹੇ ਹਾਂ। ਚੰਗੀ ਗੱਲ ਹੈ, ਸਰਕਾਰ ਦੀਆਂ ਹਦਾਇਤਾਂ ਨੂੰ ਤੁਸੀਂ ਮੰਨ ਰਹੇ ਹੋ, ਇਹਦੇ ਨਾਲ ਕੋਈ ਕਿਸੇ ਦਾ ਨੁਕਸਾਨ ਨਾ ਹੋਵੇ। ਲੇਕਿਨ ਮੈਂ ਧਨੇਰ ਸਾਹਿਬ ਨੂੰ ਇਹੀ ਬੇਨਤੀ ਕਰਦਾ ਕਿ ਆਪਾਂ ਆਸਬੰਦ ਰਹੀਏ। ਮੈਂ ਪਹਿਲਾਂ ਵੀ ਇੱਕ ਇਸ਼ਾਰਾ ਕੀਤਾ ਕਿ ਚਿੱਠੀ ਦੇ ਬੜੇ ਮਹਿਣੇ ਨੇ, ਸੋ ਇਸ ਕਰਕੇ ਅਸੀਂ ਵੀ ਚਾਹੁੰਦੇ ਹਾਂ ਕਿ ਤੁਸੀਂ ਉੱਥੋਂ ਉੱਠ ਕੇ ਆਓ। ਤੁਹਾਡਾ ਕੰਮ ਹੈ ਜਿਹੜਾ ਕਿਸਾਨ ਭਰਾਵਾਂ ਦਾ ਖੇਤਾਂ ਦੇ ਵਿੱਚ ਕੰਮ ਕਰਨ ਦਾ, ਨਾ ਕਿ ਸੜਕਾਂ ਤੇ ਬੈਠਣ ਦਾ। ਸੋ ਅਸੀਂ ਜਿਹੜੀ ਬੇਨਤੀ ਕੀਤੀ ਹੈ, ਮੈਂ ਇਹੀ ਬੇਨਤੀ ਕੀਤੀ ਹੈ ਕਿ ਇਹ ਆਪਾਂ ਆਸਬੰਦ ਰਹੀਏ ਤੇ ਹਮੇਸ਼ਾ ਹੀ ਆਸਬੰਦ ਰਹੇ ਕਿ ਜਿਹੜਾ ਹੈਗਾ ਉਹ ਕੰਮ ਸਿਰੇ ਚੜ੍ਹਦਾ ਹੁੰਦਾ ਹੈ। ਪੂਰਨ ਉਮੀਦ ਹੈ ਤੁਸੀਂ ਵੀ ਸਾਡੇ ਭਰਾ ਹੋ ਤੇ ਸਰਕਾਰ ਵੀ ਆਪਣੀ ਚੁਣੀ ਹੋਈ ਹੈ ਤੇ ਲੋਕ ਹੀ ਸਰਕਾਰ ਚੁਣਦੇ ਨੇ। ਸੋ ਆਪਾਂ ਇਹ ਲੱਗਦਾ ਵੀ ਹੱਲ ਵੱਲ ਲੈ ਜਾਵਾਂਗੇ। ਜੀ ਤਨੇਰ ਜੀ ਨੇ ਜਿਹੜਾ ਜਵਾਬ ਦਿੱਤਾ ਹੈ ਸੋਢੀ ਸਾਹਿਬ, ਉਹਦੇ 'ਚ ਇੱਕ ਗੱਲ ਇਹ ਵੀ ਨਾਲ ਸ਼ਾਮਲ ਹੁੰਦੀ ਹੈ, ਤੁਸੀਂ ਜਿਸ ਗੱਲ ਤੇ ਜਵਾਬ ਦੇ ਰਹੇ ਹੋ। ਦੇਖੋ, ਜੇ ਕਿਸਾਨ ਅੰਦੋਲਨ ਦਾ ਕੋਈ ਸਾਰਥਕ ਹੱਲ ਨਿਕਲਦਾ ਹੈ ਤਾਂ ਕਰੋਨਾ ਮਹਾਮਾਰੀ ਦੀ ਜਿਹਦੀ ਤੁਸੀਂ ਗੱਲ ਕਰ ਰਹੇ ਹੋ ਕਿ ਬਹੁਤ ਵੱਡਾ ਇਹ ਇੱਕ ਤਰ੍ਹਾਂ ਦਾ ਪ੍ਰਕੋਪ ਹੈ, ਬਹੁਤ ਵੱਡੀ ਮਾਰ ਪੈ ਰਹੀ ਹੈ, ਤੇ ਸਰਕਾਰ ਦਾ ਵੀ ਸੋਢੀ ਸਾਹਿਬ ਫਰਜ਼ ਬਣਦਾ ਨਾ ਕਿ ਆਪਣੇ ਪ੍ਰਜਾ ਨੂੰ ਬਚਾਇਆ ਜਾਵੇ। ਆਪਾਂ ਅੰਦੋਲਨ ਦੇ ਮੂੰਹ ਚੋਂ ਕੱਢੀਏ ਕਿਸਾਨ ਅੰਦੋਲਨ। ਬਿਲਕੁਲ ਇਸੇ ਲੈ ਕੇ ਇਹੀ ਗੱਲ ਨੂੰ ਲੈ ਕੇ ਸਰਕਾਰ ਬੜੀ ਚਿੰਤਤ ਹੈ ਜੀ। ਜਗਤਾਰ ਜੀ, ਮੈਂ ਤਾਂ ਤੁਹਾਨੂੰ ਇਹੀ ਵਿਸ਼ਵਾਸ ਦਿਵਾ ਸਕਦਾ ਕਿ ਬਹੁਤ ਥੋੜੇ ਦਿਨਾਂ ਦੇ ਵਿੱਚ ਜਿਹੜਾ ਹੈਗਾ
ਮਸਲਾ ਹੱਲ ਹੋਣ ਵੱਲ ਵੱਧ ਰਿਹਾ ਹੈ। ਜੀ ਓਕੇ ਸਿੰਘੜਾ ਸਾਹਿਬ, ਸੂੜੀ ਸਾਹਿਬ ਲਗਾਤਾਰ ਇਸ ਗੱਲ ਤੇ ਕਹਿ ਰਿਹਾ ਹੈ ਕਿ ਵੀ ਇਹ ਮਸਲਾ ਹੱਲ ਹੋਣ ਵੱਲ ਵੱਧ ਰਿਹਾ ਹੈ। ਧਨੇਰ ਜੀ ਨੇ ਕਿਹਾ ਜੇ ਮਸਲਾ ਹੱਲ ਹੋਏਗਾ ਤਾਂ ਸਵਾਗਤ ਹੈ, ਨਹੀਂ ਹੱਲ ਹੋਏਗਾ ਤਾਂ ਫਿਰ ਅਸੀਂ ਵੀ ਕਿਸਾਨ ਅੰਦੋਲਨ ਦਾ ਬੀਜ ਨਾਸ਼ ਤਾਂ ਨਹੀਂ ਹੋਏਗਾ, ਪਰ ਭਾਜਪਾ ਦਾ ਸਫਾਇਆ ਕਰਾਂਗੇ ਅਸੀਂ ਦੇਸ਼ ਦੇ ਅੰਦਰ। ਬਹੁਤ ਚੰਗੀ ਗੱਲ ਹੈ ਸਿੱਧੂ ਸਾਹਿਬ, ਜੇ ਇਹ ਮਸਲੇ ਦਾ ਇਸ ਦਾ ਹੱਲ ਹੋ ਜਾਵੇ, ਕਿਸਾਨੀ ਅੰਦੋਲਨ ਜਿਹੜਾ ਆ ਇਹ ਸਕਸੈਸਫੁਲ ਹੋ ਜਾਵੇ, ਕਿਸਾਨਾਂ ਦੇ ਮਸਲੇ ਹੱਲ ਕਰ ਦੇਵੇ ਭਾਰਤੀ ਜਨਤਾ ਪਾਰਟੀ, ਤੇ ਕਿਸਾਨ ਖੁਸ਼ੀ-ਖੁਸ਼ੀ ਘਰਾਂ ਨੂੰ ਆ ਜਾਣ, ਤੇ ਜਿੱਥੋਂ ਗੱਲ ਸ਼ੁਰੂ ਹੋਈ ਸੀ ਉੱਥੇ ਫਿਰ ਆ ਜਾਵੇ ਵੀ ਅੱਗੇ ਖੇਤੀਬਾੜੀ ਨੂੰ ਪ੍ਰੋਫਿਟੇਬਲ ਕਿੱਦਾਂ ਬਣਾਉਣਾ ਆ, ਕਿਉਂਕਿ ਹੁਣ ਤਾਂ ਨੈਗੇਟਿਵ ਪਾਸੇ ਚੱਲ ਪਏ ਸੀ। ਤੇ ਸਾਰੇ ਅਸੀਂ ਦਿਨ ਰਾਤ ਇਹੀ ਅਰਦਾਸ ਕਰਦੇ ਹਾਂ ਕਿ ਇਹ ਕਿਸੇ ਤਰ੍ਹਾਂ ਖਤਮ ਹੋਵੇ। ਰਹੀ ਕਰੋਨਾ ਦੀ ਗੱਲ, ਮੈਂ ਪਹਿਲਾਂ ਹੀ ਐਕਸਪਲੇਨ ਕਰ ਚੁੱਕਾ ਕਿ ਕਰੋਨਾ ਜਿਹੜੀ ਆ, ਕਰੋਨਾ 2020 ਦੇ ਸਾਲ ਦੇ ਸ਼ੁਰੂ ਤੋਂ ਹੀ ਚੱਲ ਰਿਹਾ ਆ, ਤੇ ਹੁਣ ਇਹਦੀ ਆ ਦੁਬਾਰਾ ਦੂਜਾ ਫੇਜ਼ ਜਿਹੜਾ ਆ, ਉਹ ਵੀ ਜਦੋਂ ਵੈਸਟ ਬੰਗਾਲ ਦੀਆਂ ਇਲੈਕਸ਼ਨ ਲੜ ਰਹੇ ਸੀਗੇ, ਉੱਥੇ 100 ਦੇ ਕਰੀਬ ਰੈਲੀ ਕੀਤੀ ਆ, ਉਦੋਂ ਪੂਰਾ ਕਰੋਨਾ ਫੈਲਿਆ ਹੋਇਆ ਸੀ, ਪੂਰਾ ਵੱਧ ਰਿਹਾ ਸੀ ਡੇ ਬਾਈ ਡੇ, ਔਰ ਇਹ ਸਪਰੈਡ ਕਰ ਰਿਹਾ ਸੀ। ਈਵਨ ਮੇਲਿਆਂ ਤੇ ਵੀ ਜਿੱਥੇ ਕਿਤੇ ਕੀਤਾ 99% ਪੋਜ਼ਿਟਿਵ ਆਏ ਆ ਲੋਕ। ਉਨੀ ਦੇਰ ਭਾਰਤੀ ਜਨਤਾ ਪਾਰਟੀ ਨੇ ਗੱਲ ਨਹੀਂ ਕੀਤੀ ਜਿੰਨੀ ਦੇਰ ਵੈਸਟ ਬੰਗਾਲ ਦੀ ਇਲੈਕਸ਼ਨ ਖਤਮ ਨਹੀਂ ਹੋ ਗਈ। ਜੇ ਹੁਣ ਇਹਨਾਂ ਨੇ ਸੱਚੀ ਜਾਂ ਝੂਠੀ ਕਿਸਾਨਾਂ ਦੀ ਚਿੰਤਾ ਦਰਸਾਈ ਆ ਕਰੋਨਾ ਕਰਕੇ, ਤਾਂ ਕਾਨੂੰਨ ਰੱਦ ਕਰ ਦੇਣ ਨਾ, ਵੱਡੀ ਢੇਰ ਹੈ। ਬਾਕੀ ਮੈਂ ਸਿੱਧੂ ਸਾਹਿਬ ਇਹ ਕਹਿਣਾ ਚਾਹੁੰਦਾ ਆ, ਕਿਸਾਨ ਉੱਥੇ ਪੂਰੀਆਂ ਪ੍ਰੀਕਾਸ਼ਨਸ ਲੈ ਰਹੇ ਆ, ਔਰ ਧਨੇਰ ਸਾਹਿਬ ਨੇ ਦੱਸਤਾ ਹੈ ਕਿ ਉੱਥੇ ਕਰੋਨਾ ਕਿੰਨਾ ਕੁ ਫੈਲਿਆ ਆ। ਬਹੁਤ ਪਿੰਡ ਵੀ ਸਾਡੇ ਸੇਫ ਨੇ, ਜਿੱਥੇ ਕਰੋਨਾ ਦੇ ਨਹੀਂ ਵੜਿਆ ਉੱਥੇ ਪ੍ਰੀਕਾਸ਼ਨਸ ਲੈਣੇ ਆ, ਤਾਂ ਉਹ ਖਿੱਤਾ, ਉਹ ਏਰੀਆ ਸੇਫ ਰਹਿੰਦਾ ਆ। ਕਿਸਾਨ ਓਪਨ ਨਾਲ ਪ੍ਰੀਕਾਸ਼ਨ ਲੈ ਰਹੇ ਆ, ਉੱਥੇ ਸਾਡੇ ਮੁੰਡੇ ਡਾਕਟਰ ਵੀ ਤੇ ਹੋਰ ਵੀ। ਸਿੰਘੜਾ ਸਾਹਿਬ, ਸਵਾਲ ਤੁਹਾਡੇ ਤੋਂ ਪੋਲੀਟੀਕਲ ਸਵਾਲ ਹੈ। ਉਹ ਸਵਾਲ ਇਹ ਹੈ ਕਿ ਜਿੱਦਾਂ ਅੱਜ ਮੀਡੀਆ 'ਚ ਵੀ ਆਇਆ, 26 ਮਈ ਜਿਹੜਾ ਆਪਾਂ ਗੱਲ ਕਰ ਰਹੇ ਹਾਂ, ਕਾਲਾ ਦਿਵਸ ਮਨਾਉਣ ਦਾ ਸੱਦਾ ਦਿੱਤਾ ਗਿਆ ਕਿਸਾਨ ਜਥੇਬੰਦੀਆਂ ਵੱਲੋਂ। ਕੌਮੀ ਪੱਧਰ ਤੇ ਘੱਟੋ ਘੱਟ 1 ਦਰਜਨ ਜਿਹੜੀਆਂ ਰਾਸ਼ਟਰੀ ਧਿਰਾਂ ਉਹਨਾਂ ਨੇ ਹਮਾਇਤ ਕੀਤੀਆਂ। ਕੀ ਜਿਹੜੀ ਕਿ ਆਮ ਆਦਮੀ ਪਾਰਟੀ ਵੀ 26 ਮਈ ਦਾ ਜਿਹੜਾ ਕਾਲਾ ਦਿਵਸ ਆ ਉਹਦੀ ਹਮਾਇਤ ਕਰਦੀ ਹੈ? ਸਪਸ਼ਟ ਸਿੱਧਾ ਜਿਹਾ ਸਵਾਲ ਹੈ। ਪੁਰਜੋਰ ਹਮਾਇਤ ਕਰਦੇ ਆ ਸਿੱਧੂ ਸਾਹਿਬ, ਪੁਰਜੋਰ ਹਮਾਇਤ ਕਰਦੇ ਆ, ਬਿਨਾਂ ਝੰਡੇ ਤੋਂ ਬਿਨਾਂ ਡੰਡੇ ਤੋਂ ਇਸ 26 ਜਨਵਰੀ ਦੇ ਸੱਦੇ ਵਿੱਚ ਸ਼ਾਮਲ ਹੋਵਾਂਗੇ। ਜੋ ਕਿਸਾਨਾਂ ਨੇ ਸੱਦਾ ਦਿੱਤਾ ਉਹਦੇ ਸ਼ਾਮਲ ਹੋਵਾਂਗੇ। ਅਸੀਂ ਕਿਸਾਨਾਂ ਦੇ ਦਿੱਲੀ ਪਹੁੰਚਣ ਤੋਂ ਪਹਿਲਾਂ ਤੋਂ ਹੀ ਇਹਨਾਂ ਕਾਨੂੰਨਾਂ ਦੇ ਵਿਰੁੱਧ ਹੈ। ਪਹਿਲਾਂ ਹੀ ਉਦਾਹਰਨ ਦਿੱਤੀ ਆ ਕਿ ਰਾਜ ਸਭਾ ਦੇ ਵਿੱਚ ਸੰਜੇ ਸਿੰਘ ਨੂੰ ਮੁਅੱਤਲ ਕੀਤਾ ਸੀ 2-3 ਦਿਨ ਲਈ, ਕਿਉਂ ਵਿਰੋਧ ਕੀਤਾ? ਆਪਣਾ ਉਹਦੀ ਸਤੰਬਰ ਦੀ ਗੱਲ ਆ, ਜਦੋਂ ਅਸੀਂ VOTING ਦੀ ਮੰਗ ਕਰ ਰਹੇ ਸੀ ਵੀ ਇਹਨਾਂ ਨੂੰ ਰੱਦ ਕਰੋ, ਨਹੀਂ ਅਸੀਂ ਪਾਸ ਜਿਹੜਾ ਆ। ਜੀ ਸਿੰਘੜਾ ਜੀ, ਥੈਂਕ ਯੂ ਵੈਰੀ ਮਚ। ਸੋਢੀ ਸਾਹਿਬ, ਸਮੇਂ ਤੇ ਲਿਹਾਜ਼ ਨਾਲ ਤੁਸੀਂ ਕਮੈਂਟਸ ਕਰਨਾ ਚਾਹੁੰਦੇ, ਪਲੀਜ਼ ਜ਼ਰੂਰ ਆਪਣੀ ਗੱਲ ਕਹੋ। ਸੋਢੀ ਜੀ। ਜਗਤਾਰ ਜੀ, ਇੱਕ ਤੁਹਾਡੇ ਚੈਨਲ ਰਾਹੀਂ ਮੈਂ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਪੰਜਾਬ ਦੀਆਂ ਜਿੰਨੀਆਂ ਰਾਸ਼ਟਰੀ ਪਾਰਟੀਆਂ ਨੇ, ਸਭ ਤੋਂ ਪਹਿਲਾਂ ਤਾਂ ਮੇਰੀ ਤੁਹਾਡੇ ਚੈਨਲ ਰਾਹੀਂ ਬੇਨਤੀ ਹੈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਨੂੰ, ਕਿ ਜਿਹੜੇ ਆਪਣੇ ਸ਼ਿਸ਼ਮਾ ਮਹਿਲ ਚੋਂ ਨਿਕਲ ਨਹੀਂ ਰਹੇ, ਮੇਰੀ ਉਹਨਾਂ ਨੂੰ ਬੇਨਤੀ ਹੈ ਕਿ ਉਹ ਇੱਕ ਪੰਜਾਬ ਦੇ ਜ਼ਿੰਮੇਦਾਰ ਹੁੰਦਿਆਂ ਹੋਇਆਂ, ਔਰ ਕਿਸਾਨ ਹਿਤੈਸ਼ੀ ਪਾਰਟੀ ਵੀ ਕਾਂਗਰਸ ਆਪਣੇ ਆਪ ਨੂੰ ਕਹਿੰਦੀ ਹੈ, ਇੱਥੇ ਮੈਂ ਕਹਿਣਾ ਕਿ ਪੋਲੀਟੀਕਲ ਹੈ, ਪਾਰਟੀਆਂ ਨੇ ਸਪੋਰਟ ਕੀਤੀ ਹੈ, ਤੇ ਕੈਪਟਨ ਅਮਰਿੰਦਰ ਸਿੰਘ ਜੀ ਨੂੰ ਵੀ ਇੱਕ ਵਾਰੀ ਵੀ ਉਹਨਾਂ ਨੇ ਮੋਦੀ ਸਾਹਿਬ ਤੋਂ ਟਾਈਮ ਨਹੀਂ ਮੰਗਿਆ। ਉਹਨਾਂ ਦੀ ਬਹੁਤ ਵੱਡੀ ਰਿਸਪੌਂਸਿਬਿਲਿਟੀ ਹੈ। ਉਹਨਾਂ ਨੂੰ ਬੇਨਤੀ ਹੈ ਕਿ ਉਹ ਵੀ ਆਪਣਾ ਪੱਖ ਕਿਸਾਨ ਜਥੇਬੰਦੀਆਂ ਦੇ ਨਾਲ ਲਿਜਾ ਕੇ ਉੱਥੇ ਮੋਦੀ ਸਾਹਿਬ ਤੋਂ ਟਾਈਮ ਲੈਣ, ਮਿਲਣ। ਜੇ ਮੋਦੀ ਸਾਹਿਬ ਟਾਈਮ ਨਹੀਂ ਦਿੰਦੇ ਫਿਰ ਉਹੋ ਜਿਹਾ ਕੋਈ ਪ੍ਰੋਗਰਾਮ ਬਣਾਉਣ। ਅਸੀਂ ਉਹਨਾਂ ਨੂੰ ਵੀ ਬੇਨਤੀ ਕਰਦੇ ਹਾਂ, ਉਹ ਜ਼ਿੰਮੇਦਾਰ ਵਿਅਕਤੀ ਹੈ, ਉਹਨਾਂ ਕੋਲੇ ਮੁੱਖ ਮੰਤਰੀ ਹੈ ਪੰਜਾਬ ਦੇ, ਉਹਨਾਂ ਦੀ ਵੀ ਡਿਊਟੀ ਹੈ, ਉਹ ਵੀ ਜਾਣ ਉੱਥੇ। ਓਕੇ, ਥੈਂਕ ਯੂ। ਧਨੇਰ ਸਾਹਿਬ, ਆਖਰੀ ਸਵਾਲ ਇਸ ਮੁੱਦੇ ਦੇ ਉੱਤੇ। ਇੱਕ ਤਾਂ ਮੈਂ ਜਿਹੜਾ 26 ਮਈ ਦਾ ਕਾਲਾ ਦਿਵਸ ਉਹਦੀ ਗੱਲ ਕਰ ਰਹੇ ਹਾਂ, ਆਪ ਪੰਜਾਬ ਵਾਲਿਆਂ ਨੇ ਕਿਹਾ ਕਿ ਅਸੀਂ ਹਮਾਇਤ ਕਰਦੇ ਹਾਂ, ਪਰ ਪੰਜਾਬ 'ਚ ਅਕਾਲੀ ਦਲ ਵੀ ਹੈ, ਕਾਂਗਰਸ ਵੀ ਹੈ, ਕੌਮੀ ਪੱਧਰ ਦੀਆਂ ਜਿਹੜੀਆਂ ਧਿਰਾਂ ਹੈਗੀਆਂ, ਕਿ ਇਸ ਅੰਦੋਲਨ ਦੀ ਜਦੋਂ 26 ਮਈ ਦੀ ਹਮਾਇਤ ਕਰ ਰਹੀਆਂ। ਇੱਕ ਗੱਲ। ਦੂਜੀ ਗੱਲ, ਸੋਢੀ ਸਾਹਿਬ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਨੂੰ ਵੀ ਪਹੁੰਚ ਕਰਨੀ ਚਾਹੀਦੀ ਹੈ ਪ੍ਰਧਾਨ ਮੰਤਰੀ ਤੱਕ ਇਸ ਮਸਲੇ ਦਾ ਹੱਲ। ਦੋਨਾਂ ਮੁੱਦਿਆਂ ਤੇ ਮੈਂ ਤੁਹਾਡੇ ਕਮੈਂਟਸ ਚਾਹਾਂਗਾ। ਸਿੰਘੜਾ ਜੀ, ਮੈਂ ਬਾਅਦ 'ਚ ਆ ਰਿਹਾ ਤੁਹਾਡੇ ਵੱਲ, ਪਹਿਲਾਂ ਜਿਹੜਾ ਹੈਗਾ ਆਪਾਂ ਜਵਾਬ ਲੈ ਲਈਏ ਧਨੇਰ ਜੀ ਤੋਂ। ਜੀ ਧਨੇਰ ਜੀ। ਜਗਤਾਰ ਜੀ, ਮੈਂ ਇਹਨਾਂ ਸਿਆਸੀ ਪਾਰਟੀਆਂ ਦੇ ਰੋਲ ਤੇ ਵੈਸੇ ਤਾਂ ਕੁਝ ਕਹਿਣਾ ਚਾਹੁੰਦਾ ਨਹੀਂ ਸੀ, ਪਰ ਹੁਣ ਤੁਸੀਂ ਸਵਾਲ ਕਰਤਾ। ਇਹ ਤਾਂ ਹੁਣ ਇਹਨਾਂ ਨੂੰ ਵੀ ਪਤਾ ਹੈ ਵੀ ਜੇ ਹੁਣ ਕਿਸਾਨਾਂ ਦੀ ਹਮਾਇਤ ਨਹੀਂ ਹੋਊ ਤਾਂ ਕੱਲ੍ਹ ਨੂੰ ਪਿੰਡਾਂ 'ਚ ਕਿਵੇਂ ਬੜਿਆ ਜਾਊਗਾ। ਧੰਨਵਾਦ ਸਾਰੀਆਂ ਸਿਆਸੀ ਪਾਰਟੀਆਂ ਜਿਹੜੀਆਂ ਸਾਡੇ ਨਾਲ ਖੜੀਆਂ, ਚੰਗੀ ਗੱਲ ਹੈ। ਲੋੜ ਉਹਨਾਂ ਦੀ ਵੀ ਹੈ, ਸਾਡੀ ਵੀ ਹੈ, ਕਿਸਾਨਾਂ ਦੀ। ਕਿਸਾਨਾਂ ਜੇ ਕੀਤਾ ਤਾਂ ਕੋਈ ਮਾੜੀ ਗੱਲ ਨਹੀਂ, ਪਰ ਇਹ ਆਸਾਨ ਨਹੀਂ ਹੈ ਕਿਸਾਨਾਂ ਦੀ ਕੋਈ, ਉਹਨਾਂ ਦੀ ਵੀ ਲੋੜ ਹੈ। ਬਿਲਕੁਲ ਠੀਕ। ਮੁੱਖ ਮੰਤਰੀ ਦੇ ਮੁੱਦੇ ਤੇ
ਸੋਢੀ ਸਾਹਿਬ ਨੇ ਸਵਾਲ ਕੀਤਾ ਹੈ ਕਿ ਮੁੱਖ ਮੰਤਰੀ ਨੂੰ ਵੀ ਪ੍ਰਧਾਨ ਮੰਤਰੀ ਤੱਕ ਪਹੁੰਚ ਕਰਨੀ ਚਾਹੀਦੀ ਹੈ ਕਿਸਾਨੀ ਮੁੱਦੇ ਦੇ ਉੱਤੇ। ਦੇਖੋ ਜੀ, ਇਹ ਗੱਲ ਦਾ ਜਵਾਬ ਤਾਂ ਮੈਂ ਇਹ ਦਊਂਗਾ, ਨਾ ਤਾਂ ਇਹ ਭਾਜਪਾ ਵਾਲੇ ਇਕੱਲੇ ਲੈ ਕੇ ਆਏ ਕਾਲੇ ਕਾਨੂੰਨ। ਇਹਨਾਂ ਕਾਲੇ ਕਾਨੂੰਨਾਂ ਲਿਆਉਣ 'ਚ ਕਾਂਗਰਸ ਦੀ, ਇਸੇ ਮੁੱਖ ਮੰਤਰੀ ਦੀ ਜਿਹੜੀ ਸੈਂਟਰ ਸਰਕਾਰ ਸੀ ਉਹਨਾਂ ਦਾ ਵੀ ਹਿੱਸਾ ਇਹਦੇ ਵਿੱਚ ਹੈ। ਜਿੰਨੀਆਂ ਵੀ ਸਰਕਾਰਾਂ ਨੇ ਹੁਣ ਤੱਕ ਰਾਜ ਕੀਤਾ ਹੈ ਇਹ ਭਾਜਪਾ ਦਾ ਨਿਸ਼ਾਨੇ ਤੇ ਆਏ, ਕਿਉਂਕਿ ਇਹਨਾਂ ਨੇ 56 ਇੰਚ ਦੀ ਛਾਤੀ ਦਾ ਜ਼ੋਰ ਲਾ ਕੇ ਦੇਖਿਆ, ਕਿਉਂਕਿ ਫਿਰਕੂ ਤਾਕਤਾਂ ਦੀ ਬਣੀ ਸੀ। ਹਾਸ਼ੀ ਤਾਕਤ ਮਤਲਬ ਹੈਗੀ ਆ ਜਿਹੜੀ ਭਾਜਪਾ, ਇਹ ਥੋੜੀ ਜਿਹੀ ਗਰਮ ਹੋ ਕੇ ਪੰਗਾ ਲੈਣ ਲੱਗੀ ਸੀ। ਇਹ ਮਤਲਬ ਜਿਹੜਾ ਕਰੋਨਾ ਦੇ ਦੌਰ ਦੇ ਵਿੱਚ ਉਹਨੂੰ ਮਤਲਬ ਉਹ ਫਸੀ ਆ, ਤੇ ਉਹਨੂੰ ਇਸ ਗੱਲ ਦਾ ਅਹਿਸਾਸ ਹੋ ਗਿਆ ਵੀ 56 ਇੰਚ ਦੀ ਛਾਤੀ ਦੇ ਮੂਹਰੇ ਹੋਰ ਕੋਈ ਅੜਿਆ ਨਹੀਂ ਸੀ, ਤੇ ਜੱਟ ਔਰ ਜਾਟ ਭਾਈ ਅੜ ਗਏ। ਇਸ ਕਰਕੇ 56 ਇੰਚ ਦੀ ਛਾਤੀ 36 ਇੰਚ ਦੀ ਰਹਿ ਗਈ ਜੀ। ਮੈਂ ਇਹ ਤਾਂ ਗੱਲ ਕਹੂੰਗਾ ਵੀ ਕਾਂਗਰਸ ਦਾ ਵੀ ਇਹਦੇ ਚ ਉਹਨਾਂ ਰੋਲ ਸੀ ਬਣਾਉਣ ਇਹਨਾਂ ਨੂੰ ਕਾਨੂੰਨਾਂ ਨੂੰ। ਇਹ ਤੋਂ ਪਹਿਲਾਂ ਜਿਹੜੇ 30 ਸਾਲ ਦਾ ਪਾਸ ਹੋਇਆ, 30 ਸਾਲ ਦੇ ਵਿੱਚ 10 ਸਾਲ ਮਤਲਬ ਜਿਹੜੇ ਇਹੀ ਨੀਤੀਆਂ 30 ਸਾਲ ਪਹਿਲਾਂ 1991 ਤੋਂ ਇਹ ਮਤਲਬ ਲਾਗੂ ਹੋਈਆਂ ਜਿਹੜਾ ਮੁਲਕ ਨੂੰ ਵੇਚਣਾ ਸਮਾਂ ਨਹੀਂ, ਬਿਲਕੁਲ ਜ਼ਿੰਮੇਵਾਰੀ ਕਾਂਗਰਸ ਦੀ ਹੈ। ਹਾਂਜੀ, ਕਿਸੇ ਵੀ ਸਿਆਸੀ ਪਾਰਟੀ ਨੇ ਇਹਨਾਂ ਦਾ ਵਿਰੋਧ ਨਹੀਂ ਕੀਤਾ ਨੀਤੀਆਂ ਦਾ। ਇਹ ਐਵੇਂ ਮਗਰਮੱਛ ਦੇ ਹੰਝੂ ਹੁੰਦੇ ਆ, ਕੋਈ ਜਾਇਆ ਵੀ ਨਾ ਜਾਏ। ਥੈਂਕ ਯੂ ਧਨੇਰ ਜੀ। ਸਿੰਗੜਾ ਸਾਹਿਬ, ਸਮਾਂ ਵੀ ਨਹੀਂ ਆ ਪਰ ਤੁਸੀਂ ਆਪਣਾ ਮੁਕੰਮਲ ਕਰੋ। ਸਿੰਗੜਾ ਜੀ। ਅਮਰਿੰਦਰ ਸਿੰਘ ਹੁਣੀ ਉਸ ਕਮੇਟੀ ਦੇ ਮੈਂਬਰ ਸੀਗੇ ਬਤੌਰ ਮੁੱਖ ਮੰਤਰੀ, ਜਿਹੜੀ ਕਮੇਟੀ ਨੇ ਇਹ ਕਾਨੂੰਨਾਂ ਦੇ ਡਰਾਫਟ ਬਣਾਏ ਆ ਤੇ ਇੱਥੇ ਸਹੀ ਪਾਈ ਹੈ। ਬਾਕੀ ਜਿੱਦਾਂ ਧਨੇਰ ਸਾਹਿਬ ਨੇ ਕਿਹਾ ਆ, ਕਾਂਗਰਸ ਗਵਰਨਮੈਂਟ 1993-94 ਤੋਂ ਹੀ ਇੰਟਰੋਡਿਊਸ ਕਰਨ ਵੇਲੇ ਕਾਂਗਰਸ ਗਵਰਨਮੈਂਟ ਸੀ ਜਦੋਂ WTO ਦੇ ਸਮਝੌਤਿਆਂ ਤੇ ਜਾਂ ਗੈਰ ਸਮਝੌਤਿਆਂ ਤੇ ਸਹੀ ਪਾਉਣ ਲਈ ਇਹਨਾਂ ਪ੍ਰਿੰਸੀਪਲ ਨੂੰ ਅਡਾਪਟ ਕਰਨਾ ਸ਼ੁਰੂ ਕੀਤਾ ਆ। ਸੋ ਇਹ ਜਿਹੜੀ ਸ਼੍ਰੋਮਣੀ ਅਕਾਲੀ ਦਲ ਦਾ ਰੋਲ ਤੁਸੀਂ ਦੇਖ ਲਿਆ, ਜਿਹੜੇ ਇੱਥੇ ਗੋਦਾਮ ਬਣੇ ਆ ਇਹਨਾਂ ਨੇ ਰੈਵਨਿਊ ਮਾਫ ਕਰਤਾ। ਜੱਟ ਨੇ ਇੱਕ ਕਨਾਲ ਵੀ ਜ਼ਮੀਨ ਵੇਚੀ ਹੋਵੇ ਉੱਤੇ ਉਹ ਟੈਕਸ ਲੱਗਦੇ ਆ ਸਾਰੇ, ਉਹਨਾਂ ਨੂੰ ਮਾਫ ਕਰਤੇ ਸਾਰਿਆਂ ਨੂੰ। ਸਰਕਾਰਾਂ ਨੇ, ਸੋ ਇਹ ਸਭ ਇਕੱਠੇ ਨੇ। ਓਕੇ, ਥੈਂਕ ਯੂ ਵੈਰੀ ਮਚ। ਇਸ ਮੁੱਦੇ ਤੇ ਆਉਣ ਲਈ ਕਿਸਾਨ ਅੰਦੋਲਨ 26 ਮਈ ਨੂੰ ਦਿੱਲੀ ਦੀਆਂ ਬੂਹਾਂ ਤੇ ਆਪਣੇ 6 ਮਹੀਨੇ ਦੇ ਅੰਦੋਲਨ ਦੇ ਸਮੇਂ ਨੂੰ ਕਰ ਰਿਹਾ ਮੁਕੰਮਲ। ਇੱਕ ਨਵੇਂ ਦੌਰ 'ਚ ਕਿਸਾਨ ਅੰਦੋਲਨ ਦਾਖਲ ਹੋ ਰਿਹਾ ਹੈ। ਦੂਜੇ ਪਾਸੇ ਭਾਜਪਾ ਦੇ ਹਮਾਇਤੀ ਤੇ ਉਹਨਾਂ ਦੇ ਬੁਲਾਰਿਆਂ ਦਾ ਕਹਿਣਾ ਹੈ ਕਿ ਅਸੀਂ ਉਮੀਦ ਕਰਦੇ ਹਾਂ ਕਿ ਇਸ ਮੁੱਦੇ ਤੇ ਛੇਤੀ ਕੋਈ ਨਾ ਕੋਈ ਹੱਲ ਨਿਕਲੇਗਾ। ਦੁਨੀਆ ਭਰ 'ਚ ਬੈਠੇ ਪੰਜਾਬੀ ਚਾਹੁੰਦੇ ਆ ਕਿ ਕਿਸਾਨ ਅੰਦੋਲਨ ਦਾ ਹੱਲ ਨਿਕਲਣਾ ਚਾਹੀਦਾ। ਨਜ਼ਰਾਂ ਇਸ ਤੇ ਟਿਕੀਆਂ ਹੋਈਆਂ ਇਹਨਾਂ ਮੁੱਦਿਆਂ ਤੇ ਆਉਣ ਲਈ ਮੈਂ ਤੁਹਾਡੇ ਸਾਰਿਆਂ ਵੱਲੋਂ ਆਪਣੇ ਤਿੰਨਾਂ ਮਹਿਮਾਨਾਂ ਦਾ ਇੱਕ ਵਾਰ ਮੁੜ ਕੇ ਧੰਨਵਾਦੀ ਹਾਂ। ਇਸ ਦੇ ਨਾਲ ਹੀ ਤੁਹਾਡੇ ਤੋਂ ਵੀ ਲਵਾਂਗਾ ਇਜਾਜ਼ਤ। ਸਤਿ ਸ੍ਰੀ ਅਕਾਲ। ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।